ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਅਹਿਮ ਵਾਪਰੀਆਂ ਕੁਝ ਖਾਸ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਧੰਨਵਾਦ ਉਸ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408-272-2500 ਡਾਇਲ ਕਰਕੇ ਲੈ ਸਕਦੇ ਹੋ। ਇਸੇ ਤਰ੍ਹਾਂ ਟਿਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਅਨ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਕੋਈ ਸਵਾਲ ਕਰਨਾ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ 415-909-0503 ਤੇ। ਮਨਜੀਤ ਸਿੰਘ ਤੇ ਉਸ ਤੋਂ ਬਾਅਦ ਨਰਿੰਦਰ ਸਿੰਘ ਕੂਲਰ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਆ ਸੈਂਤਾ ਨੇਲਾ ਦੀ 209-277-0113 ਤੇ। ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ ਅਜੀਤ ਟਵਾਲ, ਵੈਸਟ ਕੋਸਟ ਟਰੱਕ ਸਕੂਲ ਵਾਲੇ। ਸੰਪਰਕ ਕੀਤਾ ਜਾ ਸਕਦਾ 559-800-0590 ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855-905-2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਸਾਧੂ ਸਿੰਘ ਧਰਮਸੋਤ ਤੋਂ ਸ਼ੁਰੂਆਤ ਕਰ ਲਈਏ। 10 ਦੇ ਰਿਮਾਂਡ ਮਿਲ ਗਿਆ ਜੀ। ਦੇਖੋ ਰਿਮਾਂਡ ਵਾਕਈ ਮਿਲ ਗਿਆ ਜੀ। ਇਹਦੇ ਚ ਦਰਸ਼ਨ ਪੁੱਛਣ ਦੀ ਤੇ ਹੁਣ ਕੋਈ ਲੋੜ ਨਹੀਂ ਹੈ। ਰਿਮਾਂਡ ਤੇ ਹੀ ਹੁਣ ਤਾਂ ਉਹ ਜਿਵੇਂ ਗਾਣਾ ਸੀਗਾ ਨਾ ਸਿੱਧੂ ਮੂਸੇਵਾਲੇ ਦਾ ਬੰਬੀਆ ਬੋਲੇ, ਹੁਣ ਤਾਂ ਰਿਮਾਂਡ ਤੇ ਸਾਧੂ ਸਿੰਘ ਧਰਮਸੋਤ ਉੱਥੇ ਬੋਲਣਗੇ, ਕੀ ਬੋਲਦੇ ਉੱਥੇ ਬਾਅਦ ਦੀਆਂ ਗੱਲਾਂ ਨੇ। ਦੇਖੋ ਇਹ ਸਾਰਾ ਕੁਛ ਹੈ ਜਿਹੜਾ ਅੱਜ ਸਵੇਰੇ ਵਾਪਰਿਆ, ਸਾਜਰੇ ਸਵੇਰੇ ਵਾਪਰਿਆ। ਇਹਦੇ ਵਿੱਚ ਸਭ ਤੋਂ ਪਹਿਲਾਂ ਖਬਰ ਆਈ ਕਿ ਸਾਧੂ ਸਿੰਘ ਧਰਮਸੋਤ ਨੂੰ ਅਰੈਸਟ ਕਰ ਲਿਆ ਗਿਆ। ਸਾਧੂ ਸਿੰਘ ਧਰਮਸੋਤ ਨੂੰ ਅਰੈਸਟ ਕਰ ਲਿਆ ਗਿਆ। ਕਾਹਦੇ ਚ ਕੀਤਾ ਬਈ, ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ, ਫਿਰ ਬਾਅਦ ਚ ਕਹਿੰਦੇ ਕਿ ਕੋਈ ਰੁੱਖ ਚੱਟਣ ਦਾ ਮਸਲਾ ਹੈ। ਤਾਂ ਇਹ ਜੰਗਲਾਤ ਮੰਤਰੀ ਵੀ ਹੋਇਆ ਕਰਦੇ ਸੀਗੇ। ਤਾਂ ਉਹਦੇ ਚ ਦੇਖੋ ਕੀ ਹੁੰਦਾ ਕਿ ਮੀਡੀਆ ਦੇ ਹਿੱਸੇ ਚ ਜਦੋਂ ਜਾਣਕਾਰੀ ਆਉਂਦੀ ਹੈ ਉਹ ਕਈ ਵਾਰ ਹੁੰਦਾ ਕੀ ਹੈ ਕਿ ਅੱਧ ਅਧੂਰੀ ਹੁੰਦੀ ਹੈ, ਸ਼ੱਕ ਰਹਿੰਦਾ ਹਮੇਸ਼ਾ ਕਿ ਬਈ ਉਹਦੇ ਚ ਕੀ ਡਿਟੇਲ ਹੋਏਗੀ, ਕੀ ਤਫਸੀਲ ਹੋਏਗੀ। ਜੋ FIR ਇਹਨਾਂ ਨੇ ਦਰਜ ਕੀਤੀ ਆ ਤਾਂ ਬੜੀ ਇੱਕ ਵਿਚਿੱਤਰ ਜੀ ਗੱਲ ਲੱਗੀ ਕਿ 12-1-1:30 ਵਜੇ ਤੱਕ ਆਮ ਪੱਤਰਕਾਰਾਂ ਦੇ ਕੋਲ FIR ਕਾਪੀ ਨਹੀਂ ਸੀ ਪਹੁੰਚ ਰਹੀ, ਜਦ ਕਿ ਅਸੀਂ ਦੇਖਿਆ ਕਿ ਸਿਕਿਉਰਿਟੀ ਵਾਲੀ ਲਿਸਟ ਜਦ ਹੀ ਆ ਗਈ ਸੀ ਬਾਹਰ ਜੀ, ਜਿਹੜਾ ਮਤਲਬ ਕਿ ਬਹੁਤ ਜ਼ਿਆਦਾ ਸੈਂਸਿਟਿਵ ਮੁੱਦਾ ਸੀਗਾ, ਉਹ ਬਹੁਤ ਜਲਦੀ ਵਾਇਰਲ ਹੋ ਗਈ ਚੀਜ਼। ਤਾਂ ਸ਼ਾਇਦ ਉਸ ਚੀਜ਼ ਤੋਂ ਸਬਕ ਲਿਆ ਗਿਆ। ਤਾਂ ਬਹੁਤ ਲੇਟ ਜਾ ਕੇ FIR ਜਿਹੜੀ ਆ ਫਿਰ ਉਹ ਐਕਸੈਸ ਹੋ ਪਾਈ। ਤਾਂ ਉਹਦੇ ਵਿੱਚ ਜੋ ਲਿਖਿਆ ਬਹੁਤ ਲੰਬਾ ਚੌੜਾ, ਇੱਕ ਤਾਂ ਹੁੰਦੀ ਨਾ ਕਹਾਣੀ, ਇਹ ਕਹਾਣਾ ਆ ਕਿ ਕਿਸ ਤਰ੍ਹਾਂ ਉਹ ਤਾਰਾਂ ਜੋੜ ਰਹੇ ਨੇ। ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ, ਵੈਸੇ ਤੇ ਦੇਖੋ FIR ਦੇ ਵਿੱਚ ਬਹੁਤ ਵੱਡੀ ਕਹਾਣੀ ਹੁੰਦੀ ਹੈ, ਬਹੁਤ ਗੁੰਝਲਦਾਰ ਭਾਸ਼ਾ ਹੁੰਦੀ ਹੈ, ਪਰ ਉਹਨੂੰ ਸੁਣਨ ਦਾ ਕੋਈ ਫਾਇਦਾ ਨਹੀਂ, ਉਹਨੂੰ ਪੜ੍ਹਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਇੱਕ ਤੇ ਹੈ ਕਿ ਉਹਨਾਂ ਨੇ ਆਪਣੀ ਪੁਲਸੀਆ ਭਾਸ਼ਾ ਵਰਤੀ ਹੁੰਦੀ ਹੈ, ਸੈਕਿੰਡ ਕਹਾਣੀ ਬਣਾਈ ਹੁੰਦੀ ਹੈ, ਸਕ੍ਰਿਪਟਡ ਚੀਜ਼ ਹੁੰਦੀ ਹੈ ਉਹਦੇ ਚ। ਥਰਡ ਚੀਜ਼ ਇਹ ਹੈ ਕਿ ਉਹਦੇ ਵਿੱਚ ਇੱਕ ਸਿੱਟਾ ਹੁੰਦਾ ਹੈ ਜਿਹੜਾ ਅਰਕ ਦੇ ਰੂਪ ਚ ਆਪਾਂ ਕੱਢ ਸਕਦੇ ਹਾਂ ਕਿ ਇਹਦਾ ਅਰਕ ਕੀ ਹੈ। ਤਾਂ ਅਰਕ ਇਹਦਾ ਇਹੋ ਹੀ ਨਿਕਲਦਾ ਹੈ ਇਸ ਸਾਰੀ ਚੀਜ਼ ਦਾ ਕਿ ਦੇਖੋ ਜੋ ਦੋਸ਼ ਲੱਗੇ ਆ ਕਿ ਇੱਕ ਠੇਕੇਦਾਰ ਤੋਂ, ਹੁਣ ਦੇਖੋ ਇਹ FIR ਨੇ ਹੀ ਅੱਗੇ ਨਤੀਜਾ ਤੈਅ ਕਰਨਾ ਹੁੰਦਾ ਹੈ ਜੀ, ਮਤਲਬ ਕਿ ਅੱਗੇ ਕੇਸ ਦਾ ਕੀ ਬਣੇਗਾ। ਤਾਂ ਤੁਸੀਂ ਦੇਖ ਲਓ ਕਿ ਕਿੱਦਾਂ ਕਹਾਣੀ ਤੁਰਦੀ। ਮੈਂ ਜਿਵੇਂ ਕਿਹਾ ਕਿ ਅਰਕ ਹੁੰਦਾ ਹੈ ਕਿ ਕਿਹਨੇ FIR ਕਰਾਈ ਹੈ, ਉਹ ਮਤਲਬ ਕਿ ਸਰਕਮਸਟਾਂਸਸ ਕਿਸ ਤਰ੍ਹਾਂ ਦੇ ਹੈ ਜਦੋਂ FIR ਦਰਜ ਕੀਤੀ ਜਾਂਦੀ ਹੈ, ਸਬੂਤ ਉਹਦੇ ਚ ਕਿੰਨੇ ਕੁ ਪੁਖਤਾ ਨੇ। ਤਾਂ ਇਹ ਇੱਕ ਠੇਕੇਦਾਰ, ਔਰ ਵੈਸੇ ਤੇ ਜੇ ਤੁਸੀਂ ਦੇਖੋਗੇ ਕਿ ਇੱਕ DFO ਤੇ ਇੱਕ ਠੇਕੇਦਾਰ ਦੀ ਮੇਰੇ ਖਿਆਲ ਦੇ ਨਾਲ ਪਿਛਲੇ ਦਿਨ ਹੀ ਅਰੈਸਟ ਹੋਈ। ਉੱਥੋਂ ਕਹਾਣੀ ਨੂੰ ਜੋੜਿਆ ਇਹਨਾਂ ਨੇ ਕਿ ਇੱਕ ਜਿਹੜਾ ਠੇਕੇਦਾਰ ਆ ਹਮੀ, ਉਹਦੀ ਡਾਇਰੀ ਦੇ ਵਿੱਚ ਸਭ ਕੁਛ ਲਿਖਿਆ ਪਿਆ। ਮਤਲਬ ਕਿ ਹੁਣ ਦੇਖੋ ਕਹਾਣੀ ਕੀ ਹੈ ਕਿ ਸਿੱਧੇ ਤੌਰ ਤੇ ਕੋਈ
ਆਮ ਆਦਮੀ ਪਾਰਟੀ ਨੇ ਕੋਈ ਜਾਂਚ ਪੜਤਾਲ ਕਰਕੇ ਨਹੀਂ ਅਰੈਸਟ ਕੀਤੀ। ਇਹ ਗੱਲ ਨੋਟ ਕਰੋ। ਗੱਲ ਕਿੱਥੋਂ ਚੱਲ ਰਹੀ ਹੈ ਕਿ ਕਿਸੇ ਠੇਕੇਦਾਰ ਨੇ ਆਪਣੀ ਡਾਇਰੀ 'ਚ ਜੋ ਰਿਸ਼ਵਤ ਦਿੱਤੀ ਹੈ ਉਹ ਬਕਾਇਦਾ ਨੋਟ ਕਰ ਰੱਖੀ ਹੈ। ਤਾਂ ਉਹਨੇ ਸਿਲਸਿਲੇਵਾਰ ਤਰੀਕੇ ਦੇ ਨਾਲ ਜੋ 2017 ਤੋਂ 22 ਤੱਕ ਚੱਲਦਾ ਹੈ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਰਿਸ਼ਵਤ ਦਾ ਪੈਸਾ ਦਿੱਤਾ, ਤਾਂ ਉਹ ਮਤਲਬ ਕਿ ਦੱਸਦਾ ਹੈ ਕਿ ਜਿਵੇਂ ਮੈਂ ਰੁੱਖਾਂ ਦੀ ਠੇਕੇਦਾਰੀ ਕਰਦਾ ਸੀ, ਖੈਰ ਦੀ ਲੱਕੜ ਚਾਹੀਦੀ ਸੀ, ਤਾਂ ਜਿਵੇਂ ਲਾ ਲਓ ਕਿ 7000 ਰੁੱਖ ਕਿਤੇ ਵੱਢਣਾ ਸੀਗਾ, ਤਾਂ ਉਹਦੇ ਵਿੱਚ ਕੀ ਹੋਇਆ ਕਿ ਇੱਕ ਤਰ੍ਹਾਂ ਨਾਲ ਹਿੱਸਾ ਰੱਖਿਆ ਗਿਆ, 500 ਰੁਪਇਆ ਮੰਤਰੀ ਦਾ ਜਾਊਗਾ, 200 ਰੁਪਇਆ DFO ਦਾ ਹੋਏਗਾ, ਫਿਰ ਰੇਂਜ ਅਫਸਰ ਤੇ ਜਾਂ ਵਨ ਗਾਰਡ ਜਿਹੜੇ ਹੋ ਗਏ 100 ਰੁਪਇਆ। ਮਤਲਬ ਕਿ ਇਸ ਤਰੀਕੇ ਦੇ ਨਾਲ ਆਰਗੇਨਾਈਜ਼ਡ ਤਰੀਕੇ ਦੇ ਨਾਲ। ਫਿਰ ਦੂਸਰਾ ਵੱਡਾ ਦੋਸ਼ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਇਹਦੇ ਨਜ਼ਦੀਕੀ ਦੱਸੇ ਜਾਂਦੇ ਆ ਸਾਧੂ ਸਿੰਘ ਧਰਮਸੋਤ ਦੇ, ਉਹਨਾਂ ਚੋਂ ਇੱਕ ਦਾ ਜ਼ਿਕਰ ਆਉਂਦਾ ਵਿਸ਼ੇਸ਼ ਤੌਰ ਤੇ। ਇਹ ਵੀ ਕਿਹਾ ਜਾ ਰਿਹਾ ਕਿ ਪੱਤਰਕਾਰਤਾ ਦੇ ਨਾਲ ਵੀ ਜੁੜਿਆ ਤੇ ਕੋਈ ਕਹਿ ਰਿਹਾ ਕਿ ਸ਼ਿਵ ਸੈਨਾ ਦੇ ਨਾਲ ਵੀ ਜੁੜਿਆ। ਉਹਦੇ ਕੋਲ ਬਾਡੀਗਾਰਡ ਵੀ ਬਕਾਇਦਾ ਸੀਗੇ। ਤਾਂ ਉਹ ਬੰਦਾ ਨਾ ਸਿਰਫ ਬਦਲੀਆਂ ਕਰਾ ਰਿਹਾ ਸੀਗਾ ਇੱਕ ਜਾਣਾ, ਬਲਕਿ ਨਜਾਇਜ਼ ਮਾਈਨਿੰਗ, ਇੱਥੋਂ ਤੱਕ ਕਿ ਇੰਨਾ ਜ਼ਿਆਦਾ ਆਰਗੇਨਾਈਜ਼ਡ ਤਰੀਕੇ ਦੇ ਨਾਲ ਇਹ ਸਾਰਾ ਕਰਪਸ਼ਨ ਦਾ ਪੈਸਾ ਇਕੱਠਾ ਕੀਤਾ ਜਾ ਰਿਹਾ ਸੀਗਾ ਕਿ ਮਸਲਨ ਜਿਵੇਂ NOC ਚਾਹੀਦੀ ਹੁੰਦੀ ਹੈ ਤੁਹਾਨੂੰ ਫੋਰੈਸਟ ਤੇ, ਫੋਰੈਸਟ ਤੋਂ ਕਾਹਦੇ ਲਈ ਚਾਹੀਦੀ ਹੁੰਦੀ ਹੈ, ਜਿਵੇਂ ਕੋਈ ਪੈਟਰੋਲ ਪੰਪ ਲਗਾ ਰਿਹਾ ਜਾਂ ਜੰਗਲ ਦੀ ਥਾਂ ਦੇ ਵਿੱਚੋਂ ਕੋਈ ਲਾਂਘਾ ਤੁਸੀਂ ਇਸਤੇਮਾਲ ਕਰਨਾ ਹੈ, ਜਾਂ ਨੇੜੇ ਤੁਸੀਂ ਕੋਈ ਘਰ ਆਦਿ ਬਣਾਉਣਾ ਜਾਂ ਕੋਈ ਕਾਰਖਾਨਾ ਲਾਉਣਾ ਹੈ, ਤਾਂ NOC ਜਿੰਨਾ ਚਿਰ ਫੋਰੈਸਟ ਵਾਲੇ ਨਹੀਂ ਦੇਣਗੇ ਤਦ ਤੱਕ ਕੁਝ ਵੀ ਨਹੀਂ ਹੋ ਸਕੇਗਾ। ਤਾਂ ਜਿਹੜੀਆਂ NOC ਜਾਰੀ ਕੀਤੀਆਂ ਜਾਂਦੀਆਂ ਸੀਗੀਆਂ ਉਹਦੇ ਬਦਲੇ ਵੀ ਰੇਟ ਫਿਕਸ ਆ। ਤਾਂ ਇਸ ਤਰੀਕੇ ਨਾਲ ਮਤਲਬ ਕਿ ਇੱਕ ਡਾਇਰੀ ਦੇ ਆਧਾਰ ਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਹੁਣ ਇਹਦੇ ਵਿੱਚ ਵੀ ਦੋ ਚੀਜ਼ਾਂ ਨੇ। ਸਾਧੂ ਸਿੰਘ ਧਰਮਸੋਤ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਉੱਥੇ ਮੇਰੇ ਖਿਆਲ ਦੇ ਨਾਲ ਰਿਮਾਂਡ ਮਿਲ ਗਿਆ। ਰਿਮਾਂਡ ਤੋਂ ਜਦੋਂ ਪਰਤ ਰਹੇ ਸੀਗੇ 3 ਦਿਨ ਦੇ ਰਿਮਾਂਡ ਤੋਂ, ਤਾਂ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਨਹੀਂ ਦੇਖੋ ਜੀ ਮੇਰਾ ਤੇ ਡਾਇਰੀ ਦੇ ਵਿੱਚ ਨਾ ਹੀ ਹੈ। ਪਰ ਜਦੋਂ ਰਾਜਾ ਵੜਿੰਗ ਹੋਰੀ ਤੇ ਇਹਨਾਂ ਦੇ ਸਾਥੀ ਵਿਜੀਲੈਂਸ ਭਵਨ ਦੇ ਅੱਗੇ ਇੱਕ ਪ੍ਰਦਰਸ਼ਨ ਕਰਨ ਗਏ ਤਾਂ ਇਹਨਾਂ ਨੇ ਜਿਹੜੀ ਬਾਈਟ ਦਿੱਤੀ ਆ, ਮੈਂ ਉਹਦੇ 'ਚ ਦੇਖ ਰਿਹਾ ਸੀਗਾ, ਇਹ ਕਹਿ ਰਹੇ ਸੀਗੇ ਕਿ ਇੱਕ ਬੰਦੇ ਦੀ ਡਾਇਰੀ ਦੀ ਬਿਨਾਂ ਤੇ, ਮਤਲਬ ਕਿ ਕੋਈ ਸਬੂਤ ਥੋੜੀ ਹੈ ਕਿ ਉਹ ਤੁਸੀਂ ਚੱਕ ਕੇ ਸਾਡਾ ਬੰਦਾ ਮੂੰਹ ਨੇ ਰਹੀ ਲਿਆ। ਮਤਲਬ ਕਿ ਉਹ ਕਹਿ ਰਿਹਾ ਕਿ ਮੇਰਾ ਡਾਇਰੀ 'ਚ ਨਾ ਹੀ ਹੈ ਨਹੀਂ ਗਏ, ਕਹਿੰਦੇ ਕਿ ਨਹੀਂ ਡਾਇਰੀ ਦੀ ਬਿਨਾਂ ਤੇ ਤੁਸੀਂ ਕਿਸੇ ਨੂੰ ਅਰੈਸਟ ਕਿਵੇਂ ਕਰ ਸਕਦੇ। ਤਾਂ ਦੋਨਾਂ ਦੇ ਵਿੱਚ ਕੰਟਰਾਡਿਕਸ਼ਨ ਥੋੜੀ ਜਿਹੀ ਇੱਥੇ ਵੀ ਹੈ। ਹਾਲਾਂਕਿ ਸਾਧੂ ਸਿੰਘ ਧਰਮਸੋਤ ਦਾ ਪਰਿਵਾਰ ਵੀ ਕਹਿ ਰਿਹਾ, ਫੈਮਿਲੀ ਮੈਂਬਰ ਵੀ ਕਹਿ ਰਹੇ ਆ ਕਿ ਨਹੀਂ ਜੀ ਉਹ ਬੇਕਸੂਰ ਆ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਹ ਪੁੱਛਿਆ ਗਿਆ ਸਾਧੂ ਸਿੰਘ ਧਰਮਸੋਤ ਨੂੰ ਕਿ ਬਈ ਜਿਹੜੇ ਤੇਰੇ ਨਾਲ ਦੇ ਦੋ ਆ ਚਮਕੌਰ ਤੇ ਕਮਲਜੀਤ, ਕੀ ਇਹਨਾਂ ਨੂੰ ਜਾਣਦਾ ਹੈ? ਕਹਿੰਦਾ ਕਿ ਨਹੀਂ ਮੈਂ ਇਹਨਾਂ ਨੂੰ ਨਹੀਂ ਜਾਣਦਾ। ਤਾਂ ਫਿਰ ਇੱਕ ਬਹੁਤ ਵੱਡਾ ਸਵਾਲ ਖੜਾ ਹੋਏਗਾ ਕਿ ਬਈ ਜੇ ਤੁਹਾਡੀ ਕੋਈ ਨਜ਼ਦੀਕੀ ਨਹੀਂ ਤਾਂ ਉਹ ਬੰਦਾ ਜਿਹੜਾ ਸੀਗਾ OSD ਦੇ ਤੌਰ ਤੇ ਕਿਵੇਂ ਵਿਚਰਦਾ ਰਿਹਾ, ਕਿਵੇਂ ਫਿਰ ਉਹ ਤੁਹਾਡੇ ਮੰਤਰੀ ਹੁੰਦਿਆਂ ਹੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਉਹਦਾ ਦਖਲ ਸੀਗਾ। ਬੜੇ ਵੱਡੇ ਸਵਾਲ ਆ। ਮੈਂ ਉਸ ਵੇਲੇ ਵੀ ਜਦੋਂ ਸਾਧੂ ਸਿੰਘ ਧਰਮਸੋਤ ਨੇ ਵਜ਼ੀਫਾ ਮਾਮਲੇ 'ਚ ਸਫਾਈ ਦਿੱਤੀ ਸੀ ਕਿ ਮੈਂ ਤਾਂ ਦੇਖੋ ਜੀ ਸਾਈਨ ਕਰਨ ਵਾਲਾ, ਮੈਨੂੰ ਕੀ ਪਤਾ ਇਹ ਕੀ ਕਰਦੇ ਪਏ, ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਮੈਂ ਉਸ ਟਾਈਮ ਵੀ ਕਿਹਾ ਸੀਗਾ ਕਿ ਤੁਹਾਨੂੰ ਇੱਥੇ ਮੱਖੀਆਂ ਮਾਰਨ ਵਾਸਤੇ ਥੋੜੀ ਰੱਖਿਆ, ਤੁਸੀਂ ਮੰਤਰੀ ਹੋ, ਤੁਹਾਡੇ ਨੱਕ ਹੇਠ ਕੀ ਹੋ ਰਿਹਾ, ਤੁਹਾਡੀ ਅੱਖ ਹੇਠ ਕੀ ਹੋ ਰਿਹਾ, ਜੇ ਤੁਹਾਨੂੰ ਨਹੀਂ ਪਤਾ ਤੁਸੀਂ ਕਹਿ ਰਹੇ ਹੋ ਕਿ ਨਹੀਂ ਮੈਂ ਤੇ ਘੁੱਗੀ ਮਾਰਨ ਵਾਲਾ, ਤੇ ਫਿਰ ਤੇ ਸੱਚਮੁੱਚ ਤੁਸੀਂ ਜਾ ਕੇ ਘੁੱਗੀਆਂ ਹੀ ਫੜੋ ਜਾ ਕੇ, ਕਿਉਂਕਿ ਤੁਸੀਂ ਆਪਣੇ ਮੰਤਰਾਲੇ 'ਚ ਕੋਈ 19 ਕੀ ਹੁੰਦੀ ਆ ਉਹਦੇ ਵਾਸਤੇ ਨਾ ਤਾਂ ਜ਼ਿੰਮੇਵਾਰ ਹੋ, ਨਾ ਤੁਸੀਂ ਉਹਦੇ ਵਾਸਤੇ ਚੁਕੰਨੇ ਹੋ, ਤੇ ਬੰਦਾ ਪੁੱਛੇ ਫਿਰ ਰਗੜ ਕੇ ਤੁਹਾਨੂੰ ਥੋੜੇ ਤੇ ਲਾਉਣਾ ਸੀ। ਗੱਲ ਤੇ ਮੇਨ ਇਹ ਹੈ ਨਾ ਕਿ ਤੁਸੀਂ ਆਪ ਹੀ ਆਪਣੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਹੋ। ਸੋ ਬੜੇ ਦੋਸ਼ ਸੀਗੇ, ਪਤਾ ਹੀ ਸੀਗਾ ਕਿ ਕਹਾਣੀਆਂ ਕਿੱਧਰ ਨੂੰ ਜਾਂਦੀਆਂ। ਮਿਸਾਲ ਦੇ ਤੌਰ ਤੇ ਇੱਕ ਬਿਸਤ ਦੁਆ ਪ੍ਰੋਜੈਕਟ ਵਾਲਾ ਹਾਲੇ ਤਾਂ ਇਹਨਾਂ ਕੁਛ ਵੀ ਨਹੀਂ ਫੋਲਿਆ, ਆਮ ਆਦਮੀ ਪਾਰਟੀ ਵਾਲੇ ਕਾਲੀ ਕਰਕੇ, ਸ਼ਾਇਦ ਜਿਮਨੀ ਚੋਣ ਕਰਕੇ। ਬਿਸਤ ਦੁਆ ਪ੍ਰੋਜੈਕਟ ਅਸੀਂ ਦੱਸ ਦਿੰਦੇ ਹਾਂ ਕਿ ਕਿੱਥੇ ਗੜਬੜੀ, 24,000 ਰੁੱਖ ਤੇ ਇਕੱਲਾ ਉੱਥੇ ਕੱਟਿਆ ਗਿਆ ਸੀ ਲੀਗਲ ਢੰਗ ਦੇ ਨਾਲ। ਉਹ ਰੌਲਾ ਪੈ ਗਿਆ, 3 ਅਫਸਰ ਲੜ ਪਏ, ਸਾਨੂੰ ਸਾਰਾ ਪਤਾ ਹੈ। ਉਸ ਤੋਂ ਬਾਅਦ ਇਹਨਾਂ ਨੇ ਕਿਸ ਤਰ੍ਹਾਂ ਮਾਮਲਾ ਕੱਜ ਦਿੱਤਾ। ਪੰਜਾਬੀ ਮੀਡੀਆ ਵੈਸੇ ਵੀ ਅੱਜ ਕੱਲ ਥੋੜਾ ਜਿਹਾ ਸਲੀਪਿੰਗ ਮੋਡ ਤੇ ਚੱਲਦੇ ਨੇ ਚੀਜ਼ਾਂ ਤੋਂ ਬੇਖਬਰ। ਉਹ 3 ਟੌਪ ਮੋਸਟ ਜਿਹੜੇ ਸੀਗੇ ਨਾ ਇਹਨਾਂ ਦੇ ਮਤਲਬ ਕਿ ਸੀਨੀਅਰ ਅਧਿਕਾਰੀ, ਉਹ ਲੜ ਪਏ, ਇੱਕ ਦੂਜੇ ਤੇ ਦੋਸ਼ ਲਾਇਆ ਉਹਨਾਂ ਨੇ, ਇਹਨ ਕੀਤਾ।
ਬਿਸਤ ਦੁਆ ਪ੍ਰੋਜੈਕਟ ਉਹਦੇ ਵਿੱਚ 24-25 ਹਜ਼ਾਰ ਰੁੱਖ ਕੱਟਿਆ ਗਿਆ। ਪਰ ਅਮਰਿੰਦਰ ਸਿੰਘ ਤੇ ਇੱਕ ਐਸਾ ਸ਼ਾਸਕ ਸੀ ਉਸ ਟਾਈਮ ਕਿ ਉਹਦਾ ਕੰਮ ਇਹ ਨਹੀਂ ਸੀਗਾ ਕਿ ਚੋਰੀ ਰੋਕੇ, ਉਹਦਾ ਕੰਮ ਇਹ ਸੀ, ਜਿਵੇਂ ਉਹ ਇੱਕ ਕਹਾਵਤ ਹੈ, ਚਾਚਾ ਚੋਰ ਭਤੀਜਾ ਕਾਜੀ, ਤੇ ਉਸੇ ਤਰ੍ਹਾਂ ਉਹਦਾ ਕੰਮ ਕੀ ਸੀਗਾ ਕਿ ਕਿਸੇ ਤਰੀਕੇ ਦੇ ਨਾਲ ਮੈਂ ਬਸ ਮਤਲਬ ਕਿ ਇਹਨਾਂ ਖਬਰਾਂ ਤੋਂ ਨਜ਼ਰ ਹਟਾਓ, ਦਫਾ ਕਰੋ, ਰੌਲਾ ਨਾ ਪਾਓ। ਤਾਂ ਗੱਲ ਇਹ ਆ ਕਿ ਬਹੁਤ ਕੁਝ ਸੀਗਾ ਉਸ ਸਮੇਂ ਚੱਲ ਰਿਹਾ ਸੀਗਾ। ਇਹ ਹਾਲ ਦੀ ਘੜੀ ਇਹ ਜਿਹੜੀ FIR ਹੈ ਬੇਸ਼ੱਕ ਕਮਜ਼ੋਰ ਨਜ਼ਰ ਆਉਂਦੀ ਹੋਵੇ ਪਹਿਲੀ ਸੱਟੀ, ਪਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹਦੇ ਚ ਸੰਗਤ ਸਿੰਘ ਅਗਲੀਜੀਆਂ ਨੂੰ ਵੀ ਪਾ ਲਿਆ, ਲੋਕ ਮਜ਼ਾਕ ਕਰਦੇ ਆ ਕਿ ਸਾਧੂ ਵੀ ਚੱਲਿਆ ਤੇ ਸੰਗਤ ਸਿੰਘ ਉਹ ਵੀ ਫੜਿਆ ਗਿਆ, ਸਾਧੂ ਤੇ ਸੰਗਤ ਉਹ ਤਾਂ ਜੇਲ੍ਹ ਨੂੰ ਹੋ ਗਏ ਤੇ ਦੁਨੀਆ ਕਿਹਦੇ ਆਸਰੇ ਬਈ ਯਕੀਨ ਕਰੇ ਹੁਣ, ਇਹ ਤਾਂ ਸਾਰੇ ਉਧਰ ਨੂੰ ਤੁਰ ਪਏ ਨੇ। ਤਾਂ ਗੱਲ ਇਹ ਆ ਕਿ ਠੀਕ ਹੈ ਮਜ਼ਾਈਆ ਚੱਲਦੇ ਅੱਜ ਕੱਲ੍ਹ ਅੰਦਾਜ਼ ਇੱਥੇ ਸੋਸ਼ਲ ਮੀਡੀਆ ਤੇ ਜੋਕ ਬਣ ਜਾਂਦੇ ਆ, ਮੀਮ ਬਣ ਜਾਂਦੇ ਜਦੋਂ ਇਹੋ ਜਿਹਾ ਮਸਲਾ ਹੁੰਦਾ ਹੈ। ਪਰ ਵੱਡਾ ਸਵਾਲ ਇਹ ਆ ਕਿ ਬੇਸ਼ੱਕ ਮੁੱਢਲੇ ਤੌਰ ਤੇ FIR ਤੇ ਸਵਾਲ ਉੱਠਣ ਚਾਹੇ ਇਸ ਤਰ੍ਹਾਂ ਲੱਗੇ ਕਮਜ਼ੋਰ ਆ, ਪਰ ਮੈਂ ਜਿਵੇਂ ਕਿਹਾ ਕਿ ਬਹੁਤ ਕੁਝ ਹੋ ਰਿਹਾ ਖੋਲਣ ਨੂੰ, ਜੇ ਖੋਲ ਲੈਂਦੇ ਆ ਤੇ ਮੇਰੇ ਖਿਆਲ ਦੇ ਨਾਲ ਇਕੱਲੇ ਮੰਤਰੀ ਨਹੀਂ, ਇਹ ਤੇ ਦੇਖੋ ਬੜੀਆਂ ਚਲੋ ਕੜੀਆਂ ਜੇ ਜੋੜਨਗੇ ਤਾਂ ਬਹੁਤ ਵੱਡੇ ਵੱਡੇ ਆਫੀਸਰ ਵੀ ਸ਼ਾਮਲ ਹੋਣਗੇ ਔਰ ਉਹ ਤੁਹਾਨੂੰ ਲੱਭ ਵੀ ਜਾਣਗੇ। ਸੋ ਇਸ ਕਰਕੇ ਵੇਖਣਾ ਪਏਗਾ ਕਿ ਭਾਈ ਇਸ ਮਾਮਲੇ ਦੇ ਵਿੱਚ ਕੌਣ ਜ਼ਿੰਮੇਵਾਰ ਆ। ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਟਰੀ ਗਾਰਡ ਦੇ ਵਿੱਚ ਵੀ ਇਸ ਟਾਈਮ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋ। ਦੇਖੋ ਅਸੀਂ ਨਹੀਂ ਕਹਿ ਰਹੇ ਕਿ ਦੋਸ਼ ਸਾਬਤ ਹੋ ਗਏ ਨੇ, ਮੈਂ ਉਹਨਾਂ ਦਾ ਵੀ ਵਰਜ਼ਨ ਨਾਲ ਬੋਲਿਆ ਵਾ, ਨਾਲੇ ਕਹਿ ਰਿਹਾ ਕਿ ਇਲਜ਼ਾਮਾਤ ਨੇ, ਜਿਹੜੇ ਇਲਜ਼ਾਮਾਤ ਇਹ ਵੀ ਨੇ ਕਿ ਇਕੱਲੇ ਰੁੱਖ ਪਟਾਉਣ ਵੇਲੇ ਇਸ ਤਰ੍ਹਾਂ ਦੇ ਗੜਬੜ ਝਾਲੇ ਨਹੀਂ ਕੀਤੇ ਗਏ, ਰੁੱਖ ਲਾਉਣ ਵੇਲੇ ਵੀ ਕੀਤੇ ਗਏ। ਟਰੀ ਗਾਰਡ ਜਿਹੜੇ ਉਹਨਾਂ ਦੇ ਵਿੱਚ ਵੀ ਗੜਬੜੀ ਕੀਤੀ ਗਈ ਸੰਗਤ ਗਿਲਜੀਆਂ ਦੇ ਕਾਰਜਕਾਲ ਦੇ ਵਿੱਚ। ਤਾਂ ਬੜੇ ਸੰਗੀਨ ਇਲਜ਼ਾਮਾਤ ਹੈਗੇ ਆ, ਪਰ ਗੱਲ ਇਹ ਆ ਕਿ ਇਲਜ਼ਾਮ ਤੇ ਕੋਈ ਵੀ ਕਿਸੇ ਤੇ ਲਾ ਸਕਦਾ ਹੈ, ਉਹਨੂੰ ਅਦਾਲਤ ਦੇ ਵਿੱਚ ਸਾਬਤ ਕਰਨਾ ਉਹ ਇੱਕ ਵੱਖਰਾ ਚੈਲੰਜ ਹੁੰਦਾ ਹੈ। FIR ਤੇ ਜਿਹਦੇ ਤੇ ਮਰਜ਼ੀ ਕਰ ਦੇਵੇ ਸਰਕਾਰ ਹੈ ਨਾ ਜੀ, ਪਰ ਉੱਥੇ ਕਹਾਣੀ ਨੂੰ ਸਟੈਬਲਿਸ਼ ਕਿਸ ਤਰ੍ਹਾਂ ਕਰਨਾ, ਉਹਦੇ ਵਾਸਤੇ ਠੋਸ ਸਬੂਤ ਚਾਹੀਦੇ ਆ। ਕੀ ਆਮ ਆਦਮੀ ਪਾਰਟੀ ਠੋਸ ਸਬੂਤ ਲੈ ਕੇ ਅਦਾਲਤ ਦੇ ਵਿੱਚ ਖਲੋਵੇਗੀ? ਔਰ ਜੇ ਇਸ ਤਰ੍ਹਾਂ ਹੋਇਆ ਪੰਜਾਬ ਦੇ ਜੰਗਲਾਤ ਨਾਲ, ਜਿਹੜਾ ਕਿ ਹੈ ਹੀ ਮਾਸਾ ਕੂਆ ਯਾਰ, ਉਹਦੇ ਚ ਕੀ ਖਾਓਗੇ ਤੁਸੀਂ? ਤੁਹਾਡੀ ਜ਼ਿੰਮੇਵਾਰੀ ਉਸ ਜੰਗਲਾਤ ਦੀ ਹਿਫਾਜ਼ਤ ਕਰੋ, ਉਸ ਜੰਗਲਾਤ ਦੇ ਵਿੱਚ ਇਜ਼ਾਫਾ ਕਰੋ, ਤੇ ਤੁਸੀਂ ਤੇ ਆਪ ਹੀ ਆਰੀ ਰੱਖ ਲਈ ਹੈ ਉਹਦੇ ਜੜ ਦੇ ਵਿੱਚ। ਸੋ ਇਸ ਕਰਕੇ ਇਹ ਬਹੁਤ ਗਲਤ ਕੀਤਾ ਮੇਰੇ ਖਿਆਲ ਦੇ ਨਾਲ। ਇਹਦੇ ਵਿੱਚ ਹੋਣਾ ਕੀ ਚਾਹੀਦਾ ਹੈ ਕਿ ਜੇ ਕੋਈ ਜੰਗਲਾਤ ਵਾਲੇ ਮਾਮਲੇ ਦੇ ਵਿੱਚ, ਚਾਹੇ ਉਹ ਮੰਤਰੀ ਹੈ ਚਾਹੇ ਟੌਪ ਦਾ ਕੋਈ ਬਿਊਰੋਕਰੇਟਸ ਆ, ਜੇ ਉਹ ਇਸ ਤਰ੍ਹਾਂ ਕਰਦੇ ਆ, ਉਹਨਾਂ ਤੇ ਐਕਸਟਰਾ ਆਉਣ ਜਿਹੜੀਆਂ ਧਾਰਾ ਲੱਗੀਆਂ, ਮੈਂ ਪੜ੍ਹਦਾ ਪਿਆ, ਕਿਸੇ ਚ ਸਾਲ ਕੈਦ ਆ, ਕਿਸੇ ਚ ਕਿੰਨੀ ਆ, ਕਿਸੇ ਚ ਕਿੰਨੀ ਆ, ਇਹਨਾਂ ਤੇ ਤਾਂ ਧਾਰਾ ਇਸ ਤਰ੍ਹਾਂ ਦੀ ਲੱਗਣੀ ਚਾਹੀਦੀ ਹੈ, ਕਿਉਂਕਿ ਇਹ ਇਨਸਾਨੀਅਤ ਨਾਲ ਜੁੜਿਆ ਮਸਲਾ ਹੈ, ਇਹ ਵਾਤਾਵਰਨ ਨਾਲ ਜੁੜਿਆ ਮਸਲਾ ਹੈ। ਜੇ ਇਹਦੇ ਵਿੱਚ ਕਾਨੂੰਨ ਦਾ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਉਮਰ ਕੈਦ ਚਾਹੀਦੀ ਹੈ ਨਾ, ਘੱਟੋ ਘੱਟ ਉਮਰ ਕੈਦ ਹੋਣੀ ਚਾਹੀਦੀ ਹੈ ਜਿਹਦੇ ਤੇ ਦੋਸ਼ ਸਾਬਤ ਹੁੰਦੇ ਆ ਕਿ ਭਾਈ ਚੱਲ, ਜਿਵੇਂ ਤੂੰ ਕਤਲ ਦੀ ਸਜ਼ਾ ਪਾਉਣਾ ਤਾਂ ਘੱਟੋ ਘੱਟ ਉਮਰ ਕੈਦ ਹੁੰਦੀ ਹੈ 20 ਸਾਲ, ਚੱਲ ਉਹਦੇ ਵਾਸਤੇ ਤੈਨੂੰ 20 ਸਾਲ ਦਾ ਮੱਠਾ। ਤਾਂ ਉਸੇ ਤਰ੍ਹਾਂ ਹੀ ਚਾਹੀਦਾ ਕਿ ਜਿਹੜਾ ਜਿਉਣ ਦਾ ਅਧਿਕਾਰ ਆ, ਜੇ ਤੁਸੀਂ ਲੋਕਾਂ ਦੇ ਜਿਉਣ ਦੇ ਅਧਿਕਾਰ ਤੇ ਲਾਪਰਵਾਹੀ ਵਰਤ ਰਹੇ ਹੋ ਜਾਂ ਉਹਦੇ ਵਿੱਚ ਤੁਸੀਂ ਹੇਰਾਫੇਰੀ ਕਰ ਰਹੇ ਹੋ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਖਤ ਸਜ਼ਾ ਚਾਹੀਦੀ ਹੈ ਜੀ। ਮੂਸੇਵਾਲਾ ਹੱਤਿਆਕਾਂਡ ਦੀ ਗੱਲ ਕਰ ਲਈਏ, ਕਤਲਕਾਂਡ ਦੀ, ਮਿੰਟੂ ਜੀ, ਪੰਜਾਬ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਆ। ਹਾਂ ਦੇਖੋ, ਇਹਦੇ ਵਿੱਚ ਵੀ ਇੱਕ ਕਨਫਿਊਜ਼ਨ ਹੈ, ਹੱਤਿਆ ਕਿਹਨੂੰ ਬੋਲਦੇ ਤੇ ਕਤਲ ਕਿਹਨੂੰ ਬੋਲਦੇ ਆ ਜੀ। ਦਰਅਸਲ ਕਿਹਾ ਜਾਂਦਾ ਕਿ ਜਿਹੜਾ ਕਤਲ ਸ਼ਬਦ ਆ ਉਹ ਕਿਸੇ ਦਾ ਸਿਰ ਵੱਢਿਆ ਹੋਵੇ ਤਾਂ ਉਹਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਖੈਰ ਸਾਡੇ ਅੱਜ ਕੱਲ੍ਹ ਸ਼ਬਦ ਜਿਹੜੇ ਆ ਰਲਵੇਂ ਮਿਲਵੇਂ ਜੋ ਹੋ ਗਏ ਆ। ਦੇਖੋ ਹੱਤਿਆਕਾਂਡ ਹੈ ਤਾਂ ਇਹਨੂੰ ਹੱਤਿਆਕਾਂਡ ਬੋਲ ਲਓ, ਜਾਂ ਕਤਲ ਵੀ ਇੱਕ ਸ਼ਬਦ ਬਣ ਗਿਆ ਸਾਡੇ ਵਾਸਤੇ, ਉਹਨੂੰ ਅਸੀਂ ਹਰੇਕ ਹੱਤਿਆ ਨੂੰ ਕਤਲ ਕਹਿੰਦੇ ਨੇ। ਤਾਂ ਗੱਲ ਇਹ ਆ ਕਿ ਮਸਲਾ ਜਿਹੜਾ ਉਹ ਹੁਣ ਪੁਲਿਸ ਨੇ ਅੱਜ ਥੋੜਾ ਜਿਹਾ ਸਾਫ਼ ਕਰਨ ਦਾ ਯਤਨ ਕੀਤਾ ਹੈ, ਪਰ ਮੈਂ ਸਮਝਦਾ ਕਿ ਹੱਦ ਵਾਲੀ ਗੱਲ ਆ ਕਿ ਜਿਹੜੇ DG ਪਹਿਲੇ 2 ਦਿਨਾਂ ਚ ਮੁਖਾਤਬ ਹੋਏ ਨੇ ਲੋਕਾਂ ਦੇ, ਪਹਿਲਾਂ ਤੇ ਇਹ ਕਿ ਨਾਲ ਦੀ ਨਾਲ ਉਹਨਾਂ ਨੂੰ ਪਤਾ ਵੀ ਲੱਗਿਆ ਕਿ ਬਈ ਆਹ ਹੋ ਗਿਆ ਜੀ, ਆਹ ਹੋ ਗਿਆ, ਗੈਂਗਵਾਰ ਦਾ ਨਤੀਜਾ ਵਗੈਰਾ ਵਗੈਰਾ। ਉਸ ਟਾਈਮ ਤਾਂ ਤੱਤ ਫੱਟ ਇੱਕ PC ਹੋ ਜਾਂਦੀ ਹੈ। ਅਗਲੇ ਦਿਨ ਸਿੱਧੂ ਦਾ ਫਾਦਰ ਇਤਰਾਜ਼ ਕਰਦਾ ਕਿ ਬਈ ਮੇਰਾ ਮੁੰਡਾ, ਮੇਰਾ ਬੱਚਾ ਗੈਂਗਸਟਰ ਸੀਗਾ, ਤੁਸੀਂ ਗੈਂਗਵਾਰ ਨਤੀਜਾ ਕਹਿ ਰਹੇ ਹੋ, ਤੁਸੀਂ ਗੈਂਗਵਾਰ ਤੋਂ ਪੀੜਤ ਕਹਿ ਸਕਦੇ ਹੋ। ਤਾਂ ਹੋਇਆ ਕਿ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਦੂਸਰਾ ਦਿਨ ਫਿਰ ਬਿਆਨ ਬਦਲਿਆ
ਦੂਸਰੇ ਦਿਨ ਫੇਰ ਬਿਆਨ ਬਦਲਿਆ ਕਿ ਬਈ ਨਹੀਂ ਅਸੀਂ ਏਦਾਂ ਨਹੀਂ ਕਿਹਾ ਜੀ, ਏਦਾਂ ਕਿਹਾ ਫਲਾਣਾ। ਯਾਨੀ ਲਗਾਤਾਰ 2 ਦਿਨ ਖੁਦ ਡੀਜੀ ਆਇਆ, ਡੀਜੀ ਮਤਲਬ ਜਿਹੜਾ ਡੀਜੀਪੀ ਜਿਹਨੂੰ ਆਪਾਂ ਕਹਿੰਦੇ, ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ। ਤਾਂ ਕਹਿਣ ਦਾ ਭਾਵ ਇਹੋ ਆ ਕਿ ਅੱਜ ਜੇ ਤੁਸੀਂ ਸਫਾਈ ਦੇ ਰਹੇ ਹੋ, ਕੀ ਸਫਾਈ ਦੇ ਰਹੇ ਹੋ ਕਿ ਅਸੀਂ ਜੀ ਅਰੈਸਟ ਕਰ ਲਈਆਂ ਨੇ। ਕਿੰਨੀਆਂ ਅਰੈਸਟਾਂ ਹੋਈਆਂ ਨੇ ਜੀ? 8 ਹੋ ਗਈਆਂ ਨੇ। ਕਿਹਦਾ ਕੀ ਰੋਲ ਆ ਤੁਸੀਂ ਉੱਥੇ ਡਿਫਾਈਨ ਕਰ ਦਿੱਤਾ, ਕੱਲੇ ਦਾ ਰੋਲ ਕਿ ਬਈ ਇਹਨੇ ਰੈਕੀ ਕੀਤੀ, ਇੱਕ ਕੇਕੜਾ ਫੜ ਲਿਆ, ਕਹਿੰਦੇ ਕਿ ਇਹਨੇ ਸਿੱਧੂ ਮੂਸੇਵਾਲੇ ਦੀ ਆਖਰੀ ਲੋਕੇਸ਼ਨ ਪਲੱਸ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਸੈਲਫੀ ਖਿਚਾਉਣ ਦੇ ਬਹਾਨੇ, ਕਿਉਂਕਿ ਇਹਦੀ ਮਾਸੀ ਸੀਗੀ ਉਹਦੇ ਤੇ ਨਾਲ ਹੀ ਇਹਦੀ ਭੈਣ ਵਿਆਹੀ ਆ, ਕੋਈ 4 ਕਿਲੋਮੀਟਰ ਤੇ ਉਹ ਪਿੰਡ ਆ, ਚਲੋ ਮੈਂ ਉਹਦਾ ਨਾਂ ਨਹੀਂ ਲਵਾਂਗਾ। ਤਾਂ ਉਹ ਉੱਥੇ ਉਹਦੀ ਭੈਣ ਵਿਆਹੀ ਆ, ਉਹਦੇ ਕਰਕੇ ਮਤਲਬ ਕਿ ਕਿਸੇ ਨੂੰ ਸ਼ੱਕ ਨਹੀਂ ਸੀ, ਪਰ ਇਹ ਲਗਾਤਾਰ ਮੁਸਲਸਲ ਉੱਥੇ ਰਹਿ ਕੇ ਇਹ ਸਾਰੀ ਜਾਣਕਾਰੀ ਜੁਟਾ ਰਿਹਾ ਸੀਗਾ। ਇਹਦੇ ਤੇ ਇਹ ਦੋਸ਼ ਆ ਗਿਆ। ਅੱਛਾ, ਹੁਣ 8 ਗ੍ਰਿਫਤਾਰੀਆਂ ਦੇ ਵਿੱਚ ਜਿਹੜਾ ਇਹਨਾਂ ਨੇ ਰੋਲ ਤੈਅ ਕੀਤਾ, ਸੰਦੀਪ ਕੇਕੜਾ ਵਾਲਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਐਨ ਮੌਕੇ ਤੱਕ ਇਹਨੇ ਜਾਣਕਾਰੀ ਜਿਹੜੀ ਆ ਦਿੱਤੀ ਜੀ। ਇਹ ਸਾਰਾ ਇਹਦੇ ਤੇ ਮਨਪ੍ਰੀਤ ਮੰਨਾ ਜਿਹੜਾ ਕੁਲਵੀਰ ਨਰੂਵਾਣੇ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਲਿਆ, ਉਹਨੂੰ ਮਾਰਨ ਦੇ ਦੋਸ਼ ਹੇਠ। ਤਾਂ ਫਿਰ ਸਾਰਜ ਮਿੰਟੂ ਆ, ਉਹਨੇ ਇੱਕ ਹਿੰਦੂ ਆਗੂ ਦਾ ਕਤਲ ਕੀਤਾ ਸੀਗਾ ਤੇ ਉਹਦਾ ਰੋਲ ਜਿਹੜਾ ਮਨਪ੍ਰੀਤ ਮੰਨਾ, ਉਹਦਾ ਇਹ ਹੈ ਕਿ ਉਹਦੀ ਕਰੋਲਾ ਗੱਡੀ ਇਸਤੇਮਾਲ ਹੋਈ। ਜਿਹੜਾ ਮਨਪ੍ਰੀਤ ਭਾਊ ਆ ਜਿਹਨੂੰ ਉੱਤਰਾਖੰਡ ਤੋਂ ਫੜਿਆ ਸੀਗਾ ਵੀ ਇਹ ਜਿਹੜੀ ਗੱਡੀ ਹੈ ਇਹ ਇਹਦੀ ਗੱਡੀ ਸੀ ਤੇ ਉਹਨੇ ਗਾ ਬਚਾਈ ਆ। ਸਾਰਜ ਮਿੰਟੂ ਇਹ ਵੀ ਜੇਲ੍ਹ ਦੇ ਵਿੱਚ ਬੰਦ ਆ ਤੇ ਇਹਦਾ ਦੱਸਦੇ ਆ ਕਿ ਇਹ ਰੋਲ ਸੀਗਾ ਕਿ ਇਹਨੇ 2 ਜਿਹੜੇ ਮਤਲਬ ਕਿ ਸ਼ਾਰਪ ਸ਼ੂਟਰ ਸੀਗੇ ਉਹ ਗੱਡੀ ਉਹਦੇ ਵਾਸਤੇ ਦਿੱਤੀ ਅਰੇਂਜ ਕਰਕੇ ਕਿ ਉਹਨਾਂ ਨੂੰ ਦੇ ਦਿੱਤੀ। ਮਤਲਬ ਮਨਪ੍ਰੀਤ ਮੰਨੇ ਨੇ ਗੱਡੀ ਜਿਹੜੀ ਦਿੱਤੀ, ਮਨਪ੍ਰੀਤ ਭਾਊ ਨੇ ਸਾਰਜ ਮਿੰਟੂ ਦੇ ਕਹਿਣ ਤੇ ਸ਼ਾਰਪ ਸ਼ੂਟਰ ਨੂੰ ਦੇ ਦਿੱਤੀ। ਠੀਕ ਹੈ ਜੀ, ਉਹਨੇ ਪਹੁੰਚਾ ਦਿੱਤੀ। ਇੱਕ ਕੋਈ ਪ੍ਰਭਦੀਪ ਪੱਬੀ ਹੈ, ਉਹ ਕਹਿੰਦੇ ਜੀ ਕਿ ਉਹਨੇ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ ਦੇ ਵਿੱਚ ਆ ਗਏ ਸੀ ਹਰਿਆਣੇ ਦੇ ਵਿੱਚ, ਮਤਲਬ ਕਿ ਹਰਿਆਣੇ ਦਾ ਹੋ ਗਿਆ। ਇਹਨਾਂ ਦੋਨਾਂ ਨੇ ਫਿਰ ਮੂਸੇ ਵਾਲੇ ਦੇ ਘਰ ਦੀ ਰੈਕੀ ਕੀਤੀ। ਇਹ ਸ਼ਾਇਦ ਉਹ ਬੰਦੇ ਹੋਣਗੇ ਜਿਹੜੇ ਬੰਦੇ ਬਾਅਦ ਚ ਦਿੱਲੀ ਪੁਲਿਸ ਨੇ ਜਾਂ ਤਾਂ ਅਰੈਸਟ ਕੀਤੇ ਸੀ ਤੇ ਜਾਂ ਹਲੇ ਹੋ ਸਕਦਾ ਕਿ ਨਾ ਵੀ ਹੋਣ, ਪਰ ਅੰਦਾਜ਼ਾ ਤੇ ਇਹ ਹੈ ਕਿ ਜਨਵਰੀ ਚ ਜਿਹੜੀ ਰੇਕੀ ਹੋਈ ਸੀ ਉਹਦੇ ਚੋਂ ਇੱਕ ਬੰਦਾ ਫੜਿਆ ਗਿਆ ਸੀਗਾ, ਜਿਹਦੇ ਕਰਕੇ ਸਵਾਲ ਉੱਠਿਆ ਸੀਗਾ ਕਿ ਇਹਨਾਂ ਇਨਪੁਟ ਭੇਜੀ ਹੈ ਦਿੱਲੀ ਪੁਲਿਸ ਵਾਲਿਆਂ ਨੇ ਤੇ ਤੁਸੀਂ ਸਿਕਿਉਰਿਟੀ ਦੇ ਵਿੱਚ ਇਹ ਕੁਤਾਹੀ ਕਿਉਂ ਕੀਤੀ। ਫਿਰ ਕੋਈ ਮੋਨੂ ਡਾਗਰ ਹੈ, ਉਹਦਾ ਜ਼ਿਕਰ ਆ ਰਿਹਾ ਕਿ ਉਹਨੇ ਸ਼ੂਟਰ ਪ੍ਰੋਵਾਈਡ ਕੀਤੇ ਆ, ਪਵਨ ਬਿਸ਼ਨੋਈ ਤੇ ਨਸੀਬ, ਕਿ ਇਹਨਾਂ ਨੇ ਜਿਹੜੀ ਉਹ ਬਲੈਰੋ ਗੱਡੀ ਆ ਉਹ ਸ਼ੂਟਰਸ ਤੱਕ ਜਿਹੜੀ ਆ ਪਹੁੰਚਾਈ। ਤਾਂ ਇਸ ਤਰ੍ਹਾਂ ਇਹਨਾਂ ਨੇ ਰੋਲ ਦੱਸ ਦਿੱਤੇ ਆ। ਦੇਖੋ ਇਹ ਵੀ ਪੁਲਿਸ ਦੀ ਕਹਾਣੀ ਹੈ। ਮੈਂ ਇਹਦੇ ਤੋਂ ਥੋੜਾ ਜਿਹਾ ਹਟ ਕੇ ਗੱਲ ਕਰਾਂਗਾ ਕਿ ਬਈ ਜਿਹੜੀ ਇਹ ਸਾਰੀ ਮਤਲਬ ਕਿ ਕਹਾਣੀ ਪੁਲਿਸ ਦੀ ਹੈ, ਉਹਨੂੰ ਜੇ ਆਪਾਂ ਛੱਡ ਵੀ ਦਈਏ, ਇੱਕ ਬੜਾ ਬੁਨਿਆਦੀ ਸਵਾਲ ਉੱਠੇਗਾ ਕਿ ਤੁਸੀਂ ਪਹਿਲਾਂ ਤੇ ਪੀਸੀ ਕਰ ਲਈ, ਹੁਣ ਤੁਸੀਂ ਖੁੱਲੀ ਪੀਸੀ ਕਰਨ ਦੀ ਥਾਂ ਤੇ ਮੀਡੀਆ ਦੇ ਰਾਹੀਂ ਲੋਕਾਂ ਨੂੰ ਇਹ ਗੱਲ ਪਹੁੰਚਾ ਰਹੇ, ਸ਼ਾਇਦ ਇਸ ਕਰਕੇ ਕਿ ਉੱਥੇ ਸਵਾਲ ਜਿਹੜੇ ਨੇ ਵੱਡੇ ਹੋਣਗੇ। ਸਵਾਲ ਇਹ ਹੋਏਗਾ ਕਿ ਹਜ਼ੂਰ ਜਨਵਰੀ ਤੋਂ ਰੈਕੀ ਸ਼ੁਰੂ ਹੋ ਗਈ ਸੀ ਤਾਂ ਤੁਸੀਂ ਕਿੱਥੇ ਸੀ, ਤੁਹਾਡੀ ਇੰਟੈਲੀਜੈਂਸ ਕਿੱਥੇ ਸੀ? ਜਨਵਰੀ ਤੋਂ ਜੇ ਰੈਕੀ ਸ਼ੁਰੂ ਸੀਗੀ ਤਾਂ ਤੁਸੀਂ ਸਿਕਿਉਰਿਟੀ ਵਧਾਉਣੀ ਸੀਗੀ ਕਿ ਘਟਾਉਣੀ ਸੀਗੀ? ਇਹ ਬੁਨਿਆਦੀ ਸਵਾਲ ਹੁੰਦੇ ਨੇ ਜਦੋਂ ਅੱਛਾ ਇਹ ਬੜਾ ਇੱਕ ਸਿੰਪਲ ਜਿਹਾ, ਜਿਵੇਂ ਸਾਡੇ ਮੁੱਖ ਮੰਤਰੀ ਨੇ ਵੀ ਰਸਤਾ ਚੁਣਿਆ ਵਾ ਕਿ ਆਪਣੀ ਵੀਡੀਓ ਪਾ ਦਿਓ, ਆਪਣੀ ਗੱਲ ਲੋਕਾਂ ਤੱਕ ਪਹੁੰਚਾ ਦਿਓ, ਮੈਂ ਆਹ ਕਰ ਦਿੱਤਾ, ਗੱਲ ਖਤਮ। ਉਹ ਹੁਣ ਕਿੱਦਾਂ ਤੁਸੀਂ ਕੀਤਾ, ਉਹਦੇ ਰਿਜ਼ਲਟ ਕੀ ਹੋਣਗੇ, ਉਹਦੇ ਸਵਾਲਾਤ ਕੀ ਹੋਣਗੇ ਉਹਦੇ ਤੇ, ਬਸ ਕੁਛ ਵੀ ਨਹੀਂ, ਖਤਮ ਹੈ ਸਾਰੀ ਖੇਡ। ਤਾਂ ਇਹ ਇੱਕ ਮੈਨੂੰ ਜਿਹੜਾ ਅੰਦਾਜ਼ ਹੈ ਪੁਲਿਸ ਦਾ, ਇਹ ਬਹੁਤ ਗਲਤ ਲੱਗਿਆ ਕਿ ਬਾਈ ਜਿਹੜਾ ਮੇਨ ਸਵਾਲ ਸੀਗਾ ਉਹਨੂੰ ਪੁੱਛਿਆ ਤੇ ਪੁੱਛਿਆ ਕਿਹਨੂੰ ਜਾਵੇ? ਨਾ ਤੇ ਸੀਐਮ ਪੀਸੀ ਕਰਦਾ, ਨਾ ਡੀਜੀਪੀ ਕਰ ਰਿਹਾ, ਨਾ ਕੋਈ ਆਈਜੀ ਕਰ ਰਿਹਾ। ਤਾਂ ਸਵਾਲ ਕਿਤੇ ਤੋਂ ਕੀਤਾ ਜਾਵੇ ਕਿ ਜੇ ਜਨਵਰੀ ਤੋਂ ਤੁਹਾਡੀ, ਹੁਣ ਦੇਖੋ ਮੈਂ ਔਨ ਦੀ ਰਿਕਾਰਡ ਗੱਲ ਕਹਿ ਕੇ ਫਿਰ ਆਪਣੀ ਗੱਲ ਕਹਿਣਾ ਹੁੰਦਾ ਕਿ ਜਿਹੜੀ ਗੱਲ ਹੁਣ ਔਨ ਰਿਕਾਰਡ ਆਈ ਹੈ, ਜੋ ਇਹਨਾਂ ਨੇ ਆਪਣਾ ਪ੍ਰੈਸ ਨੋਟ ਲੰਮਾ ਚੌੜਾ ਜਾਰੀ ਕੀਤਾ ਹੈ, ਉਹਦੇ ਵਿੱਚੋਂ ਤੱਥ ਕੱਢ ਕੇ ਮੈਂ ਗੱਲ ਕਹਿ ਰਿਹਾ ਵਾਂ ਕਿ ਜੇ ਜਨਵਰੀ ਚ ਰੇਕੀ ਕਰ ਰਹੇ ਸੀਗੇ, ਇੱਕ ਇੰਟਰਨੈਸ਼ਨਲ ਸਟਾਰ ਦੀ ਰੇਕੀ ਹੋਣ ਰਹੀ ਹੈ ਜਿਹੜਾ ਕਿ ਇਲੈਕਸ਼ਨ ਲੜਨ ਵਾਸਤੇ ਪਰ ਤੋਲ ਰਿਹਾ, ਉਸ ਟਾਈਮ ਰਾਜਨੀਤੀ ਚ ਜਿਹੜਾ ਦਾਖਲ ਹੋ ਚੁੱਕਾ ਵਾ, ਉਦੋਂ ਤੋਂ ਸਟਾਰਟ ਹੋਈ ਹੈ। ਠੀਕ ਹੈ, ਉਸ ਟਾਈਮ ਸਰਕਾਰ ਕਾਂਗਰਸ ਦੀ ਹੈ, ਪਰ ਗੱਲ ਇਹ ਕਿ ਖੁਫੀਆ ਏਜੰਸੀਆਂ ਤਾਂ ਉਹੀ ਰਹਿੰਦੀਆਂ ਨੇ ਨਾ।
ਖੁਫੀਆ ਮਹਿਕਮੇ ਤਾਂ ਉਹੀ ਰਹਿੰਦੇ ਆ। ਸੋ ਇਹ ਸਾਫ਼ ਕਰਨਾ ਚਾਹੀਦਾ ਕਿ ਕੀ ਖੁਫੀਆ ਮਹਿਕਮੇ ਦੀ ਇਹ ਫੇਲੀਅਰ ਨਹੀਂ ਹੈ, ਇਹ ਫੇਲੀਅਰ ਨਹੀਂ ਹੈ। ਤੇ ਜੇ ਫੇਲੀਅਰ ਹੈ ਤਾਂ ਉਹਨੂੰ ਪ੍ਰਵਾਨ ਕਰਨਾ ਹੀ ਪਏਗਾ, ਕਿਉਂਕਿ ਉਸ ਤੋਂ ਬਾਅਦ ਜੁਮਾ ਤੁਸੀਂ ਸਾਂਭ ਲਿਆ। ਜਿਵੇਂ ਅਪ੍ਰੈਲ ਵਾਲਾ ਐਪੀਸੋਡ ਮੈਂ ਕਿਹਾ ਕਿ ਅਪ੍ਰੈਲ ਦੇ ਵਿੱਚ ਸ਼ਾਹਰੁਖ ਨਾਂ ਦਾ ਇੱਕ ਬਦਮਾਸ਼ ਫੜਿਆ ਜਾਂਦਾ ਹੈ, ਜਿਹਦੇ ਬਾਰੇ ਬਹੁਤ ਸਾਰੇ ਅਖਬਾਰਾਂ ਨੇ ਠੋਕ ਕੇ ਲਿਖਿਆ ਇੰਟਰਨੈਸ਼ਨਲ ਲੈਵਲ ਤੇ। ਜੇ ਤੁਸੀਂ ਦੇਖੋਗੇ ਇਸ ਖਬਰ ਦੀ ਚਰਚਾ ਵੀ ਹੋਈ ਕਿ ਦਿੱਲੀ ਪੁਲਿਸ ਨੇ ਇਨਪੁਟ ਜਿਹੜਾ ਸੀਗਾ ਪਹੁੰਚਾਇਆ ਹੋਇਆ ਸੀਗਾ ਇਹਨਾਂ ਦੀ। ਤਾਂ ਇਹ ਮਸਲਾ ਹੈ। ਖੈਰ ਚਲੋ ਵਧੀਆ ਤਰੀਕਾ ਹੈ ਜੀ ਪੰਜਾਬ ਪੁਲਿਸ ਦਾ, ਇਨਵੈਸਟੀਗੇਟ ਕਰ ਰਹੇ ਨੇ ਮਸਲਾ, ਠੀਕ ਹੈ। ਪਰ ਜਿਸ ਤਰ੍ਹਾਂ ਮਸਲੇ ਤੇ ਟੋਪੀ ਘੁਮਾ ਰਹੇ ਨੇ ਉਹ ਵੀ ਘੱਟ ਨਹੀਂ ਹੈ, ਉਹ ਵੀ ਬਹੁਤ ਵਧੀਆ ਅੰਦਾਜ਼ ਹੈ। ਚੱਲੀ ਚੱਲਣ ਦਿਓ, ਕਿਉਂਕਿ ਪੁਲਿਸ ਦਾ ਅੰਦਾਜ਼ ਕੁਛ ਇਸੇ ਕਿਸਮ ਦਾ ਹੀ ਹੈ। ਤੇ ਬਾਕੀ ਜੇ ਆਪਾਂ ਦੇਖੀਏ ਸ਼ਾਰਪ ਸ਼ੂਟਰ ਹਾਲੇ ਤੱਕ ਜਿਹੜਾ ਮੌਕੇ ਤੇ ਉੱਥੇ ਗੋਲੀਆਂ ਮਾਰਨ ਵਾਲਾ, ਉਹਦੇ ਚੋਂ ਕੋਈ ਗ੍ਰਿਫਤਾਰੀ ਨਹੀਂ, ਉਹਦੇ ਚੋਂ ਕਿਸੇ ਦੀ ਹਾਲੇ ਕੋਈ ਗ੍ਰਿਫਤਾਰੀ ਨਹੀਂ, ਉਹ ਨਹੀਂ ਹੈਗੇ ਬੰਦੇ। ਬਾਕੀ ਰਾਹੁਲ ਗਾਂਧੀ ਅੱਜ ਆਇਆ ਸੀਗਾ, ਇਸ ਮਾਮਲੇ ਦੇ ਵਿੱਚ ਅਰੁਣ ਗਾਵਲੀ ਗੈਂਗ ਦੇ ਨਾਲ ਵੀ ਤਾਰ ਜੁੜੇ ਨੇ। ਉਹ ਮਤਲਬ ਕਿ ਕੋਈ ਸੰਤੋਸ਼ ਯਾਦਵ ਜਿਹੜਾ ਮਹਾਰਾਸ਼ਟਰ ਤੋਂ ਆਇਆ, ਪਰ ਅਰੁਣ ਗਾਵਲੀ ਹੁਣ ਤੇ ਬੁੱਢਾ ਹੋਇਆ ਪਿਆ, ਵੈਸੇ ਉਹ ਪੋਲੀਟੀਸ਼ੀਅਨ ਬਣ ਚੁੱਕਾ ਵਾ। ਪਹਿਲਾਂ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਵਿਧਾਇਕ ਰਿਹਾ, ਫਿਰ ਇੱਕ ਵਾਰੀ MP ਦਾ ਇਲੈਕਸ਼ਨ ਹਾਰ ਗਿਆ ਸੀਗਾ। ਤਾਂ ਉਸ ਗੈਂਗ ਦੇ ਨਾਲ ਜ਼ਰੂਰ ਜੋੜੇ ਜਾ ਰਹੇ, ਪਰ ਇਹ ਮੈਨੂੰ ਲੱਗਦਾ ਕਿ ਕੋਈ ਉੱਡਵੀ ਜੀ ਗੱਲ ਹੁੰਦੀ ਹੈ ਕਿ ਇੱਕ ਮਹਾਰਾਸ਼ਟਰ ਤੋਂ ਆਇਆ ਜੀ ਤੇ ਗਾਵਲੀ ਗੈਂਗ ਦਾ ਗੁਰਗਾ। ਇਹਦੇ ਤੇ ਸਿਰਫ ਸਾਡੇ ਹਾਲੇ ਕਹਿ ਲਓ ਕਿ ਮੀਡੀਆ ਵਾਲੇ ਸ਼ੋਰ ਛੱਪਾ ਕਰ ਰਹੇ ਨੇ। ਜਦੋਂ ਤੱਕ ਆਫੀਸ਼ੀਅਲੀ ਕੋਈ ਜਾਰੀ ਨਹੀਂ ਹੁੰਦੀ ਸੂਚਨਾ, ਉਦੋਂ ਤੱਕ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੇ ਕੋਈ ਬਹੁਤੀ ਗੱਲਬਾਤ ਕਰਨ ਦਾ ਤੁਕ ਨਹੀਂ ਬਣਦਾ। ਪੰਜਾਬ ਕੈਬਨਿਟ ਬਾਰੇ ਖਬਰ ਆ ਰਹੀ ਹੈ ਕਿ ਇਹਨਾਂ ਨੇ ਕੁਝ ਮਹੱਤਵਪੂਰਨ ਫੈਸਲੇ ਲਏ ਆ ਮਿੰਟੂ ਜੀ। ਦੇਖੋ ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਹੋਈ ਹੈ, ਇਹਦੇ ਵਿੱਚ ਇੱਕ ਤੇ ਇਹ ਹੈ ਕਿ RDF 2022 ਵਾਲਾ ਜਿਹੜਾ ਅਮੈਂਡਮੈਂਟ ਆ ਉਹਨੂੰ ਇਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਆ। RDF ਮਤਲਬ ਪੰਜਾਬ ਪੇਂਡੂ ਵਿਕਾਸ ਕਹਿ ਲਓ, ਇਹ ਜਿਹੜਾ ਬਿੱਲ ਹੈ ਉਹਦਾ, ਤੇ ਆਪਾਂ ਕਹਿ ਦਿੰਦੇ ਆ ਦਿਹਾਤੀ ਵਿਕਾਸ ਫੰਡ। ਤੇ ਜਿਹੜਾ ਆਉਂਦਾ ਹੁੰਦਾ ਮੰਡੀਆਂ ਦੀ ਖਰੀਦ ਦੇ ਉੱਤੇ, ਉਹਦੇ ਤੇ ਇਹਨਾਂ ਦੀ ਇੱਕ ਟਸਲ ਚੱਲ ਰਹੀ ਸੀਗੀ ਸੈਂਟਰ ਦੇ ਨਾਲ, ਕਿਉਂਕਿ ਅਮਰਿੰਦਰ ਸਿੰਘ ਸਰਕਾਰ ਨੇ ਬਹੁਤ ਗਲਤ ਤਰੀਕੇ ਦੇ ਨਾਲ ਕਹਿੰਦੇ ਕਿ ਜੀ ਇਹ ਪੈਸਾ ਜਿਹੜਾ ਤੁਸੀਂ ਕਰਜ਼ ਮਾਫੀ ਵਾਲੀ ਸਕੀਮ ਚਲਾ ਦਿੱਤਾ, ਉਹਨਾਂ ਨੇ RDF ਰੋਕ ਦਿੱਤਾ। ਇਹਨਾਂ ਨੇ ਮਿੰਨਤਾਂ ਮੁੰਨਤਾਂ ਵੀ ਕੀਤੀਆਂ, ਉਦੋਂ ਫਿਰ ਮਨਪ੍ਰੀਤ ਬਾਦਲ ਵਾਅਦਾ ਕਰਾਇਆ ਕਿ ਅਸੀਂ ਕਰ ਦੂਗੇ। ਉਹ ਤੇ ਆਂਦੇ ਜਿਵੇਂ ਆਂਦੇ ਨਾ ਕਿ ਜੰਮਣ ਵਾਲੇ ਤਾਂ ਨਿਕਲ ਗਏ ਤੇ ਸੇੜਨ ਵਾਲੇ ਫਸ ਗਏ। ਫਿਰ ਸਰਕਾਰ ਆ ਗਈ ਭਗਵੰਤ ਮਾਨ ਹੋਰਾਂ ਦੀ, ਇਹਨਾਂ ਨੂੰ ਪੈਸੇ ਦੀ ਜ਼ਰੂਰਤ ਸੀ, ਫਿਰ ਦਿੱਲੀ ਗਏ ਬੁੱਕੇ ਬਾਕੇ ਲੈ ਕੇ। ਉਹਨਾਂ ਨੇ ਆਖਿਆ ਕਿ ਭਾਈ ਸਾਹਿਬ ਇੰਨਾ ਕੁ ਨਿੱਕਾ ਜਿਹਾ ਕੰਮ ਕਰੋ, ਤੇ ਫਿਰ ਉਸ ਤੋਂ ਬਾਅਦ ਦੇਖਦੇ ਆ ਕੀ ਕਰਨਾ। ਤੇ ਇਹਨਾਂ ਨੇ ਹਾਮੀ ਭਰ ਦਿੱਤੀ ਸੀਗੀ, ਤਾਂ ਉਹ ਮਸਲਾ ਜਿਹੜਾ ਹੱਲ ਹੋ ਗਿਆ। ਨੰਬਰ 1। ਨੰਬਰ 2 ਕਿ ਜੋ ਮੂੰਗੀ ਦੀ ਖਰੀਦ MSP ਤੇ ਕਰਨੀ ਹੈ, ਤਾਂ ਉਹਦੇ ਵਿੱਚ ਇਹਨਾਂ ਨੇ ਗੈਪ ਫੰਡਿੰਗ ਵਜੋਂ ਮਾਰਕਫੈਡ ਲਈ 66 ਕਰੋੜ 56 ਲੱਖ ਰੁਪਏ ਜਿਹੜੇ ਪ੍ਰਵਾਨ ਕਰ ਲਏ। ਗੈਪ ਫੰਡਿੰਗ ਕੀ ਹੋਏਗੀ? ਇਹ ਮਸਲਨ ਕਿ ਜਿਹੜਾ ਵੀ ਕੋਈ ਘਾਟੇ ਦਾ ਵਿੱਚ ਹੋਏਗਾ ਖਰੀਦ ਤੇ, ਜੋ ਵੀ ਘਾਟਾ ਹੋਏਗਾ ਇੱਕ ਵਾਰੀ ਆਪਦੇ ਪੱਲੇ ਸਰਕਾਰ ਪੂਰੇ ਕਰ ਦੇਗੀ, ਤਾਂ ਉਹ ਕੇਂਦਰ ਤੋਂ ਪੈਸਾ ਆ ਜਾਏਗਾ ਮੁੜ ਕੇ ਬਾਅਦ ਦੇ ਵਿੱਚ। ਇਸ ਤਰ੍ਹਾਂ ਦੀ ਇੱਕ ਸਕੀਮ ਹੁੰਦੀ ਹੈ। ਦੂਜੀ ਗੱਲ ਜੇ ਆਪਾਂ ਕਰੀਏ, ਕੁਝ ਹੋਰ ਵੀ ਇਹਨਾਂ ਨੇ ਵੱਡੇ ਫੈਸਲੇ ਲਏ ਨੇ। ਬਾਕੀ ਤਾਂ ਜੇ ਇੱਕ ਵੱਡਾ ਫੈਸਲਾ ਆਪਾਂ ਦੇਖੀਏ ਤਾਂ ਉਹ ਇਹ ਹੈ ਕਿ ਬਜਟ ਸੈਸ਼ਨ ਦਾ ਇਹਨਾਂ ਨੇ ਐਲਾਨ ਕਰ ਦਿੱਤਾ, ਜਿਹੜਾ 24 ਤੋਂ 27 ਤੱਕ ਹੋਏਗਾ। ਤਾਂ ਕੈਬਨਿਟ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਆ 24 ਤੋਂ 27 ਨੂੰ, ਕਹਿ ਲਓ ਕਿ 24 ਤੋਂ 27 ਤੱਕ ਸ਼ਾਇਦ ਇਹ ਹੈ, ਤੇ 27 ਜੂਨ ਨੂੰ ਸੋਮਵਾਰ ਵਾਲੇ ਦਿਨ 2022-23 ਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾਏਗਾ। ਹੁਣ 24 ਜੂਨ ਤੋਂ 27 ਜੂਨ ਤੱਕ ਛੋਟਾ ਲੱਗਦਾ, ਵੈਸੇ ਦੇਖੋ ਕੋਈ ਵੱਧ ਜਾਵੇ, ਜਾਂ ਮੇਰੇ ਕੋਲ ਹੋ ਸਕਦਾ ਕਿ ਸੂਚਨਾ ਗਲਤ ਹੋਵੇ। ਮੈਨੂੰ ਤਾਂ ਲੱਗਦਾ ਕਿ ਬਹੁਤ ਸੰਖੇਪ ਹੈ, ਬਹੁਤ ਛੋਟਾ ਹੈ ਸੈਸ਼ਨ, ਵੱਡਾ ਕਰਨਾ ਚਾਹੀਦਾ ਸੀਗਾ ਬਜਟ ਸੈਸ਼ਨ ਥੋੜਾ। ਯਾਰ ਦੇਖਦੇ ਆ ਕੀ ਬਣਦਾ ਕੀ ਬਣਾਉਂਦਾ ਹੈ। ਤੇ ਬਾਕੀ ਹੋਰ ਵੀ ਕੁਝ ਫੈਸਲੇ ਲਏ ਨੇ, ਉਹਦੀ ਤਫਸੀਲ ਹੁਣ ਸਵੇਰੇ ਮਿਲੇਗੀ ਕਿ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਫੈਸਲਾ ਲਿਆ ਗਿਆ। ਐਕਸਾਈਜ਼ ਪਾਲਿਸੀ ਤੇ ਨਿਗਾਹ ਸੀਗੀ ਲੋਕਾਂ ਦੀ ਕਿ ਐਕਸਾਈਜ਼ ਪਾਲਿਸੀ ਤੇ ਮੋਹਰ ਲੱਗ ਸਕਦੀ ਹੈ। ਉਹਦੇ ਬਾਰੇ ਮੈਂ ਕੁਝ ਵੈਬਸਾਈਟਾਂ ਖੋਲੀਆਂ ਨੇ, ਸਰਕਾਰੀ ਵੀ ਗੈਰ ਸਰਕਾਰੀ ਵੀ, ਮੈਨੂੰ ਕਿਧਰੇ ਕੋਈ ਨਜ਼ਰ ਨਹੀਂ ਆਇਆ। ਪਰ ਐਕਸਾਈਜ਼ ਵਾਲਾ ਕਾਫੀ ਕਹਿ ਲਓ ਕਿ ਮਾਮਲਾ ਜਿਹੜਾ ਉਹ ਐਤਕੀ ਉਮੀਦ ਨਾਲ ਦੇਖਿਆ ਜਾ ਰਿਹਾ ਕਿ ਸ਼ਾਇਦ ਉਹਦੇ ਚ ਰੈਵਨਿਊ ਦਾ ਜਿਹੜਾ ਟੀਚਾ ਹੋਏਗਾ ਨਵੇਂ ਸਿਰੇ ਤੋਂ ਮਿੱਥਿਆ ਜਾਏਗਾ, ਪਰ ਉਹਦੇ ਵਿੱਚ ਸ਼ਰਾਬ ਦੇ ਰੇਟ ਤੇ ਸ਼ਰਾਬ ਵੇਚਣ ਦੀ ਜਿਹੜੀ ਹੱਦ ਹੈ, ਇਹ ਦੋਵੇਂ ਚੀਜ਼ਾਂ ਚੇਂਜ ਹੋ ਜਾਣ। ਜੀ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਿਮਰਨਜੀਤ ਸਿੰਘ ਮਾਨ ਜੀ ਨੂੰ ਕੋਈ ਮੈਸੇਜ ਸੁਨੇਹਾ ਭੇਜਿਆ ਗਿਆ?
ਦੇਖੋ, ਇਹ ਸੁਨੇਹਾ ਲਾਇਆ ਗਿਆ ਹੈ ਕਿ ਤੁਸੀਂ ਮਤਲਬ ਕਿ ਜੋ ਕਮਲਦੀਪ ਕੌਰ ਜੀ ਹੈ, ਜੀ ਤੇ ਉਹਨਾਂ ਦੇ ਹੱਕ ਦੇ ਵਿੱਚ ਬੈਠ ਜਾਓ। ਕਹਿਣ ਦਾ ਮਤਲਬ ਇਹੀ ਹੈ, ਕਿਉਂਕਿ ਮੈਂ ਉਹ ਪੜ੍ਹਿਆ ਨਹੀਂ ਗਾ ਪੂਰਾ ਸੁਨੇਹਾ, ਇੱਕ ਖਬਰ ਹੀ ਦੇਖੀ ਸੀਗੀ। ਹਮ, ਉਹਦੇ ਚ ਉਹਨਾਂ ਨੇ ਅਪੀਲ ਕੀਤੀ ਹੈ, ਜਾਂ ਕਹਿ ਲਓ ਕਿ ਸੁਨੇਹਾ ਲਾਇਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਕੌਮੀ ਕਾਰਜ ਦੀ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾਇਆ ਜਾ ਸਕੇ। ਇਸ ਵਾਸਤੇ ਤੁਸੀਂ ਬੀਬੀ ਜਿਹੜੀ ਭੈਣ ਜੀ ਕਮਲਦੀਪ ਕੌਰ ਹੈ, ਉਹਨਾਂ ਦਾ ਸਾਥ ਦਿਓ। ਤਾਂ ਗੱਲ ਇਹ ਆ ਕਿ ਦੇਖੋ, ਠੀਕ ਹੈ, ਰਾਜੋ ਆਨੰਦ ਨੇ ਪੱਤਰ ਲਿਖਿਆ ਤੇ ਇਧਰੋਂ ਸਿਮਰਨਜੀਤ ਸਿੰਘ ਮਾਨ ਨੇ ਹੁਣ ਫੈਸਲਾ ਲੈਣਾ ਕਿ ਬਾਈ ਕੀ ਕਰਨਾ ਉਹਨਾਂ ਨੇ। ਪਰ ਸਭ ਤੋਂ ਵੱਡੀ ਗੱਲ ਹੈ, ਮੈਂ ਹੈਰਾਨ ਹੁੰਦਾ ਕਿ ਇਸ ਬੀਬੀ ਜੀ ਨੇ ਇਲੈਕਸ਼ਨ 2014 ਚ ਵੀ ਲੜਿਆ ਸੀਗਾ ਜੀ ਪਟਿਆਲਾ ਤੋਂ ਸ਼ਹਿਰ, ਤੇ ਵੋਟ ਪਈ ਸੀ ਸਿਰਫ 1%। ਪੋਲ ਵੋਟ ਦੇ ਵਿੱਚੋਂ ਵੋਟ ਪਈ ਸੀ ਸਿਰਫ 1%। ਔਰ ਇਹਨਾਂ ਦੇ ਵਿਰੋਧ ਦੇ ਵਿੱਚ ਜਿੰਨੇ ਉਮੀਦਵਾਰ ਸੀਗੇ, ਉਹਨਾਂ ਦੇ ਵਿੱਚੋਂ ਅਕਾਲੀ ਦਲ ਦਾ ਵੀ ਉਮੀਦਵਾਰ ਸੀ, ਜੀ ਸ਼ਾਇਦ ਉਸ ਟਾਈਮ ਇਲੈਕਸ਼ਨ ਲੜਿਆ ਜੇ ਮੈਂ ਭੁੱਲਦਾ ਦੀਪਿੰਦਰ ਨੇ। ਸੋ ਗੱਲ ਇਹ ਆ ਕਿ ਜਦੋਂ ਤੁਸੀਂ 2014 ਦੇ ਵਿੱਚ ਇਲੈਕਸ਼ਨ ਚ ਉਤਰੇ, ਪਹਿਲਾਂ ਅਕਾਲੀ ਦਲ ਨੂੰ ਵੀ ਇੱਕ ਚਿੱਠੀ ਪਾ ਕੇ ਪੁੱਛ ਲਓ ਕਿ ਉਸ ਟਾਈਮ ਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਜਰਾ ਜਾਂ ਮਾਮਲਾ ਜਿਹੜਾ ਤੁਹਾਡੀ ਨਜ਼ਰ ਦੇ ਵਿੱਚ ਉਹ ਅਹਿਮੀਅਤ ਵਾਲਾ ਨਹੀਂ ਸੀ ਹੈਗਾ। ਜੇ ਸੀਗਾ ਤੇ ਭਾਈ ਫਿਰ ਉਸ ਟਾਈਮ ਤੁਸੀਂ ਆਪਣਾ ਉਮੀਦਵਾਰ ਘੱਟੋ ਘੱਟ ਵਾਪਸ ਲੈ ਲੈਂਦੇ ਬੀਬੀ ਜੀ ਦੇ ਹੱਕ ਦੇ ਵਿੱਚ। ਅੱਜ ਜੇ ਤੁਸੀਂ ਦੂਜੇ ਨੂੰ ਕਹੋ, ਉਹ ਤੁਹਾਡੇ ਤੇ ਸਵਾਲ ਚੁੱਕੇਗਾ ਕਿ ਉਸ ਵੇਲੇ ਜਿਨ੍ਹਾਂ ਲਈ ਤੁਸੀਂ ਅੱਜ ਖਲੋਤੇ ਹੋ, ਕੀ ਉਹਨਾਂ ਨੇ ਉਮੀਦਵਾਰ ਵਾਪਸ ਲਿਆ ਸੀ? ਜੀ ਜੀ ਬਿਲਕੁਲ ਬਿਲਕੁਲ। ਤਾਂ ਜੇਲ੍ਹ ਦੇ ਸੌਰੀ, ਕੁੜੀਆਂ ਨੂੰ ਵੀ ਹੁਣ ਧਮਕੀਆਂ ਆਉਣ ਲੱਗ ਪਈਆਂ ਮਿੰਟੂ ਜੀ। ਦੇਖੋ, ਗੱਲ ਕੀ ਹੈ ਕਿ ਜਿਹੜੀਆਂ ਧਮਕੀਆਂ ਵਾਲਾ ਸਿਸਟਮ ਚੱਲਿਆ ਪਿਆ ਨਾ ਇੱਥੇ, ਤੇ ਮਤਲਬ ਅੱਗੇ ਤੇ ਉੱਥੋਂ ਆਉਂਦੀਆਂ ਨੇ ਫਰਾਡ ਕਾਲਾਂ, ਜਿਵੇਂ ਉਹ ਮੈਂ ਬਿੱਲਾ ਬੋਲਣਾ ਜੀ, ਬਿੱਲਾ ਕੌਣ? ਤੁਹਾਡਾ ਭਤੀਜਾ ਜੀ, ਮੈਂ ਕੈਨੇਡਾ ਚ ਰਹਿਣਾ, ਭੁੱਲ ਗਏ ਜੀ ਚਾਚਾ ਜੀ, ਮੈਂ ਤੇ ਇੱਥੇ ਗਿਆ ਸਾਂ ਖਾਣ ਪੀਣ ਤੇ ਉੱਥੇ ਲੜਾਈ ਹੋ ਗਈ ਆ, ਬੋਤਲ ਵੱਜ ਗਈ ਜੇ ਸਿਰ ਦੇ ਵਿੱਚ, ਤੇ ਮੇਰਾ ਤੇ ਹੁਣ ਸਾਰਾ ਇੱਥੇ ਬੇੜਾ ਹੀ ਗਰਕ ਹੋ ਜਾਣਾ। ਮੈਨੂੰ ਥੋੜੇ ਜਿਹੇ ਪੈਸੇ ਪਾ ਦੇ, ਘਰੇ ਨਾ ਦੱਸੀ ਮੈਂ ਤੈਨੂੰ ਭੇਜ ਦੇਣੇ ਚਾਚਾ। ਚਾਚਾ ਚੁੱਕ ਕੇ ਤੇ 17-18 ਲੱਖ ਰੁਪਈਆ ਘੱਲ ਦਿੰਦਾ। ਪੰਜਾਬ ਦੀ ਸੱਚੀ ਘਟਨਾ ਹੈ, ਮੈਂ ਮਿਕਰੀ ਨਹੀਂ ਕਰ ਰਿਹਾ ਜੀ, ਸੱਚੀ ਘਟਨਾ ਸੁਣਾ ਰਿਹਾ। ਇੱਕ ਤੇ ਫਰਾਡ ਕਾਲਾਂ ਵਾਲੇ, ਉਹ ਐਵੇਂ ਫੁਫੜਾ ਕੀ ਹਾਲ ਹੈ ਦੱਸੋ, ਤੇ ਉਹ ਫਿਰ ਜਿਹੜੇ ਕੁਝ ਬੰਦੇ ਨੇ ਉਹ ਢਾਈ ਚੜ ਜਾਂਦੇ ਉਹਨਾਂ ਦੇ। ਤੇ ਬਈ ਗੱਲ ਇਹ ਆ ਕਿ ਹੁਣ ਕੱਲੀਆਂ ਫਰਾਡ ਕਾਲਾਂ ਉਧਰੋਂ ਇਸ ਤਰ੍ਹਾਂ ਨਹੀਂ ਆ ਰਹੀਆਂ, ਮਤਲਬ ਕਿ ਕੁਛ ਪਾਕਿਸਤਾਨ ਚੋਂ ਇਸ ਤਰ੍ਹਾਂ ਦੇ ਹੈਗੇ ਨੇ ਬੰਦੇ ਜਿਹੜੇ ਨੰਬਰ ਲੈ ਕੇ ਬਾਹਰਲਾ ਤੇ ਕਾਲਾਂ ਕਰਦੇ ਨੇ। ਇੱਥੇ ਹੁਣ ਇਹ ਕੰਮ ਚੱਲ ਪਿਆ ਕਿ ਮੋਰੋ ਇਹ ਤਾਂ ਪਤਾ ਨਹੀਂ ਹੁੰਦਾ ਵੀ ਕੌਣ ਬੰਦਾ। ਇੱਕ ਮਜ਼ਦੂਰ ਬੰਦੇ ਨੂੰ ਬਠਿੰਡੇ ਦੇ ਵਿੱਚ 5 ਦਿਨ ਪਹਿਲਾਂ ਕਾਲ ਆਈ ਕਿ 5 ਲੱਖ ਰੁਪਈਆ ਦੇ, ਨਹੀਂ ਤਾਂ ਤੈਨੂੰ ਮਾਰ ਦਿਆਂਗੇ ਜੀ। ਉਹ ਕਹਿੰਦਾ ਹੱਦ, ਕਹਿੰਦਾ 5 ਲੱਖ ਤੇ ਮੇਰੇ ਵੱਡਿਆਂ ਨੇ ਨਹੀਂ ਵੇਖਿਆ ਅੱਜ ਤੀਕ। ਗੱਲ ਹੈ, 5 ਲੱਖ ਰੁਪਈਆ ਮੈਂ ਕਿੱਥੋਂ ਦੇਵਾਂ? 5 ਲੱਖ ਰੁਪਈਆ ਮੈਂ ਕਿੱਥੋਂ ਦੇਵਾਂ? ਸੋ ਗੱਲ ਇਹ ਹੈ ਕਿ ਜੇ ਤੁਸੀਂ ਦੇਖੋਗੇ ਤੇ ਫਿਰ ਇੱਕ ਧਮਕੀ ਸਾਬਕਾ ਫੌਜੀ ਨੂੰ ਆ ਗਈ ਕਿਸੇ ਨੂੰ ਜੀ। ਆ ਹੁਣ ਕੜਮਾ ਪਿੰਡ ਆ, ਇੱਧਰ ਕੋਈ ਕੁੜੀ ਹੈ ਤੇ ਸ਼ਾਇਦ ਇਹਨੂੰ ਇਹਦੇ ਨੰਬਰ ਤੇ ਆ ਗਏ ਕਿ 2 ਦਿਨ ਦੇ ਵਿੱਚ 5 ਲੱਖ ਰੁਪਈਆ ਫਰੌਤੀ ਤੇ ਉਹਦੀ ਤੇ ਅਗਵਾ ਕਰ ਲਿਆ ਜਾਏ। ਹੱਦ ਹੋ ਗਈ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, WhatsApp ਕਾਲ ਆ ਜਾਂਦੀ ਹੈ, ਕਿਸੇ ਨੂੰ ਕੁਛ ਕਿਸੇ ਨੂੰ ਕੁਛ। ਤੇ ਇਹ ਤੇ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਇਹ ਫਰਾਡ ਕਾਲਾਂ ਵਾਲਾ ਕੰਮ ਵੀ ਚੱਲ ਪਿਆ। ਵਾਲੀਆਂ ਚਲੋ ਕਾਲਾਂ ਆਉਂਦੀਆਂ ਸੀਗੀਆਂ ਤੇ ਠੀਕ ਆ, ਉਹ ਇੱਕ ਵੱਖਰਾ ਵਿਸ਼ਾ। ਇੱਥੇ ਤੇ ਉੱਠ ਕੇ ਜਿਨ੍ਹਾਂ ਨੂੰ ਜਿਹੜੀ ਗੈਂਗ ਦਾ ਉਹ ਜ਼ਿਕਰ ਕਰਦੇ ਆ, ਉਹ ਕਹਿੰਦੇ ਨਾ ਪ੍ਰਧਾਨ ਮੰਤਰੀ ਹੈਗਾ ਮੁੰਡਾ, ਇੱਥੇ ਉਹ ਪਾਉਂਦਾ ਵੀਡੀਓ ਤੇ ਉਹਨੂੰ ਇੱਕ ਲਾਈ ਬੈਠਾ ਸੀ। ਤੇ ਕਮਾਲ ਦੀ ਗੱਲ ਹੈ, ਇਸ ਗੈਂਗ ਦਾ ਉਹ ਨਾਮ ਲੈ ਰਿਹਾ ਸੀਗਾ, ਉਹਨੂੰ ਉਸ ਗੈਂਗ ਦਾ ਸਹੀ ਨਾਮ ਜਿਹੜਾ ਹੈ ਉਹ ਉਚਾਰਨ ਕਰਨਾ ਨਹੀਂ ਸੀ ਆ ਰਿਹਾ। ਮੈਂ ਆਪਣੇ ਸਾਥੀਆਂ ਨੂੰ ਬੈਠਿਆਂ ਨੂੰ ਕਿਹਾ, ਆਪਣੇ ਟੀਮ ਮੈਂਬਰਾਂ ਨੂੰ, ਮੈਂ ਕਿਹਾ ਯਾਰ ਇਹ ਬਿਲਕੁਲ ਬੰਦਾ ਫਰਾਡ ਚ, ਬਿਲਕੁਲ ਬੰਦਾ ਫਰਾਡ ਹੈ, ਕਿਉਂਕਿ ਇਸ ਬੰਦੇ ਨੂੰ ਆਪਣਾ ਜਿਹੜਾ ਗਰੋਹ ਹੈ ਉਹਦੇ ਨਾਂ ਦਾ ਹੀ ਉਚਾਰਨ ਨਹੀਂ ਆ ਰਿਹਾ। ਸੋ ਇਹ ਇਸ ਤਰ੍ਹਾਂ ਦੀ ਫਰਾਡਬਾਜ਼ੀ ਚੱਲ ਰਹੀ ਹੈ। ਤਾਂ ਪੁਲਿਸ ਨੂੰ ਬਈ ਚਾਹੀਦਾ ਕਿ ਇਸ ਮਾਮਲੇ ਦੇ ਵਿੱਚ ਖਾਸ ਨਕੇਲ ਪਾਵੇ। ਬਹੁਤ ਜ਼ਿਆਦਾ ਕਾਲਾਂ ਆ ਰਹੀਆਂ ਨੇ ਲੋਕਾਂ ਨੂੰ, ਜਿਵੇਂ ਜਿਵੇਂ ਕੋਈ ਡਾਟਾ ਹਾਸਲ ਕਰ ਲੈਂਦਾ ਤਿਵੇਂ ਤਿਵੇਂ ਉਹ ਅਸੀਂ ਉਸ ਪਾਸੇ ਨੂੰ ਹੋ ਤੁਰਦਾ ਜੀ। ਆ ਕਿਹੜੇ ਪੁਲਿਸ ਮੁਲਾਜ਼ਮ ਨੇ ਜੀ ਜਿਹੜੇ ਕਾਰ ਵਰਤ ਕੇ ਕਸੂਤੇ ਫਸ ਗਏ?
ਦੇਖੋ ਕਾਰ ਵਰਤਣ ਦਾ ਤਾਂ ਕੋਈ ਚੱਕਰ ਨਹੀਂ ਹੈਗਾ, ਕੋਈ ਹੂੰ, ਸਵਿਫਟ ਵਰਤੇ, ਕੋਈ ਆਡੀ ਵਰਤੇ, ਬਸ ਇੰਨਾ ਕਿ ਆਮਦਨ ਤੋਂ ਵੱਧ ਹੂੰ, ਜਾਇਦਾਦ ਵਾਲੇ ਮਾਮਲੇ 'ਚ ਨਾ ਫਸ ਜਾਵੇ। ਪਰ ਇਹ ਸਭ ਨੇ ਜਿਹੜੀ ਕਾਰ ਵਰਤੀ ਸੀ, ਕੁਝ ਸਾਲ ਪਹਿਲਾਂ ਦਾ ਮਸਲਾ ਸੀ, ਉਦੋਂ ਇਹ ਬੜੀ ਖਬਰ ਚਰਚਿਤ ਹੋਈ ਸੀ। ਜੀ, ਪਰ ਹੁਣ ਐਸਐਸਪੀ ਨੇ ਨੋਟਿਸ ਲਿਆ ਹੈ ਇਹਦਾ, ਹਿਸਾਬ ਲਾ ਲਓ ਕਿ ਇਹਦੀ ਰਿਟਾਇਰਮੈਂਟ ਵੀ ਮੇਰੇ ਖਿਆਲ ਦੇ ਨਾਲ 30 ਅਪ੍ਰੈਲ ਨੂੰ ਹੋ ਚੁੱਕੀ ਆ। ਹੂੰ, ਤੇ ਇਸ ਥਾਣੇਦਾਰ ਨੇ ਕਰਤੂਤ ਇਹ ਕੀਤੀ ਸੀਗੀ ਕਿ ਜ਼ੀਰਕਪੁਰ ਤੋਂ ਜਿਹੜੀ ਗੱਡੀ ਕੋਈ ਲੁੱਟੀ ਗਈ ਸੀਗੀ ਫੋਰਚੂਨਰ, ਹੂੰ, ਉਸ ਗੱਡੀ ਤੇ ਕੋਈ ਸਕੂਟੀ ਦਾ ਨੰਬਰ ਲਾ ਕੇ ਤੇ ਇਹਨੇ ਠਿੱਲ ਦਿੱਤੀ ਸੜਕਾਂ ਤੇ। ਇਹ ਜੀ, ਲਈ ਫਿਰਦਾ ਰਿਹਾ ਤੇ ਬਾਅਦ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਚਰਚਾ ਦੇ ਵਿੱਚ ਆਇਆ। ਪਰ ਉਹ ਸਮੇਂ ਹਿਸਾਬ ਲਾ ਲਓ ਕਿ ਮੇਰੇ ਖਿਆਲ ਦੇ ਨਾਲ 2017-18 ਦੀ ਗੱਲ ਹੋਏਗੀ, ਹੂੰ, ਕਿਸੇ ਨੇ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਿਹੜੇ ਐਸਐਸਪੀ ਨੇ ਉਹਨਾਂ ਨੇ ਨੋਟਿਸ ਕੱਲਿਆ ਤਾਂ ਬਹੁਤ ਲੰਮਾ ਸਮਾਂ ਬੀਤ ਗਿਆ। ਜਦੋਂ ਇਹ ਖਬਰ ਬੜੀ ਚਰਚਿਤ ਰਹੀ ਸੀਗੀ, ਉਦੋਂ ਕੋਈ ਕਾਰਵਾਈ ਨਹੀਂ ਹੋਈ। ਪਰ ਹੁਣ ਦੱਸਦੇ ਆ ਕਿ ਇਹਦੇ ਤੇ ਕਾਰਵਾਈ ਕਰਨ ਦਾ ਮਨ ਬਣਾਇਆ। ਤੇ ਮੇਰੇ ਖਿਆਲ ਦੇ ਨਾਲ ਜੇ ਜਿਵੇਂ ਹੁਣ ਥਾਣੇਦਾਰ ਦੀ ਰਿਟਾਇਰਮੈਂਟ ਹੋ ਗਈ ਹੈ 30 ਅਪ੍ਰੈਲ ਨੂੰ, ਤੇ ਜੇ ਥੋੜਾ ਜਿਹਾ ਨੂੰ ਸਮਾਂ ਮਿਲਦਾ, ਮੈਨੂੰ ਲੱਗਦਾ ਕਿ ਫੋਰਚੂਨਰ ਹੀ ਰਿਟਾਇਰ ਹੋਣ ਵਾਲੀ ਹੋ ਜਾਣੀ ਸੀਗੀ। ਫਿਰ ਜੀ, ਤਾਂ ਸਾਰਾ ਕੁਝ ਹੀ ਉਹ ਬੰਨੇ ਲੱਗ ਜਾਂਦਾ। ਉਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਕੁਝ ਪੁਲਿਸ ਵਾਲੇ ਨੇ ਜਿਹੜੇ ਹਾਲੇ ਵੀ 20ਵੀਂ ਸਦੀ ਦੇ ਵਿੱਚ ਤੁਰੇ ਫਿਰਦੇ, ਇਹਨਾਂ ਨੂੰ ਇਉਂ ਲੱਗਦਾ ਕਿ ਉਹ ਉਹੀ ਕੰਮ ਚੱਲੇ ਜਾਂਦੇ ਆ ਕਿ ਥਾਣੇ ਦੇ ਵਿੱਚ ਜੇ ਕੋਈ ਟਰੈਕਟਰ ਆ ਗਿਆ ਤੇ ਪਾਈਪ ਪਾ ਕੇ ਤੇਲ ਕੱਢ ਲਓ, ਹੂੰ, ਜੇ ਕੋਈ ਮੋਟਰਸਾਈਕਲ ਆ ਗਿਆ ਤੇ ਜੀ, ਦੂਜੇ ਨੂੰ ਕਿਹਾ ਜਾ ਓਏ, ਜਾ ਭਾਈ ਨੂੰ ਆ ਫਲਾਣੀ ਥਾਂ ਤੋਂ ਆ ਫੜ ਲਿਆ, ਕੋਈ ਚੱਕਰ ਨਹੀਂ ਹੈਗਾ। ਹੂੰ, ਉਹ ਵੇਖੋ ਹਿਲਾ ਕੇ ਕਹਿੰਦੇ ਸਕੂਟਰ ਦੇ ਵਿੱਚ ਤੇਲ ਆ, ਲੈ ਜਾਓ। ਅੱਜ ਕੱਲ ਉਹ ਗੱਲਾਂ ਨਹੀਂ। ਅੱਜ ਕੱਲ ਕਹਿ ਲਓ ਕਿ ਦੁਨੀਆ ਜਿਹੜੀ ਤੁਰੰਤ ਫਰੰਤ ਦੀ ਆ। ਹੂੰ, ਇੱਥੇ ਇੱਕ ਵਾਰੀ ਕੀ ਹੋਇਆ ਕਿ ਇੱਕ ਥਾਣੇਦਾਰ ਜਿਹੜਾ ਸੀਗਾ, ਜੀ, ਉਹ ਪਾਰਕਿੰਗ 'ਚ ਗੱਡੀ ਪਾਰਕ ਕਰ ਰਿਹਾ ਸੀਗਾ। ਇੱਕ ਵਕੀਲ ਨੇ, ਕਿਉਂਕਿ ਅਦਾਲਤ ਦੇ ਵਿੱਚ ਆਇਆ ਸੀ ਕਿਸੇ ਕੰਮ ਕਰ, ਇੱਕ ਵਕੀਲ ਨੇ ਨੋਟ ਕੀਤਾ ਕਿ ਗੱਡੀਆਂ ਦੋਵੇਂ ਸਵਿਫਟ ਆ, ਜੀ, ਦੋਵੇਂ ਹੀ ਖਲੋਤੀਆਂ, ਜੀ, ਦੋਵਾਂ ਦਾ ਨੰਬਰ ਸੇਮ, ਹੂੰ, ਦੋਵਾਂ ਦਾ ਨੰਬਰ ਸੇਮ। ਉਹਨੇ ਥਾਣੇਦਾਰ ਨੂੰ ਗੁੱਟੋਂ ਫੜ ਲੈਣਾ ਹੈ। ਚੱਕਰ ਕੀ, ਗੁੱਟ ਛੜਾ ਕੇ ਥਾਣੇਦਾਰ ਚੋਰਾਂ ਵਾਂਗੂ ਭੱਜ ਵਗਿਆ, ਹਿਸਾਬ ਲਾ ਲਓ। ਜੀ, ਮੁੜ ਕੇ ਗਾਂ ਐਕਸੀਡੈਂਟ ਕਰ ਦੇਣ ਲੱਗਾ ਸੀ। ਬਾਅਦ ਚ ਪਤਾ ਲੱਗਿਆ ਕਿ ਉਹ ਗੱਡੀ ਚੋਰੀ ਦੀ ਸੀਗੀ, ਉਹ ਵੀ ਫਰਜ਼ੀ ਨੰਬਰ ਲਾ ਕੇ। ਤੇ ਉਹ ਹੂੰ, ਏਦਾਂ ਘੁਮਾ ਰਿਹਾ ਸੀਗਾ ਕਿ ਜਿੱਥੇ ਪਾਰਕਿੰਗ ਚ ਅਸਲ ਨੰਬਰ ਵਾਲੀ ਗੱਡੀ ਖਲੋਤੀ ਸੀ, ਉੱਥੇ ਗੱਡੀ ਲਾ ਦਿੱਤੀ ਜਾਵੇ। ਹੂੰ, ਇਹ ਇਹਨਾਂ ਦੀ ਤੇ ਗਾਂ ਦੀਆਂ ਗੱਲਾਂ ਨੇ। ਜਿਵੇਂ ਕਹਿੰਦੇ ਆ ਨਾ ਕਿ ਬਸ ਉੱਚੀਆਂ ਨੇ ਗੱਲਾਂ, ਸਿੱਧੂ ਦੀਆਂ ਗੱਲਾਂ ਯਾਦ ਆ ਜਾਂਦੀਆਂ। ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਇੱਥੇ ਉੱਚੀਆਂ ਨੇ ਗੱਲਾਂ ਸਰਕਾਰ ਦੀਆਂ। ਇਹ ਸਰਕਾਰ ਜਿਹੜੀ ਹੈ, ਇਹਦੀਆਂ ਗੱਲਾਂ ਹੀ ਉੱਚੀਆਂ ਨੇ। ਇਹ ਤਾਂ ਗਾਂ ਦੀਆਂ ਗੱਲਾਂ ਹੀ ਆ। ਭਗਤੇ ਭਾਈ ਕੇ ਦੇ ਵਿੱਚ ਕਿਸੇ ਨੇ ਲਾਇਸੈਂਸੀ ਅਸਲਾ ਜਮ੍ਹਾਂ ਕਰਾਇਆ ਤੇ ਉਹ ਗਾਂ ਬਠਿੰਡੇ ਦੇ ਇੱਕ ਤਸਕਰ ਤੋਂ ਬਰਾਮਦ ਹੋਇਆ। ਲੋਕ ਸਵਾਲ ਕਰਦੇ ਪਏ ਕਿ ਕੀ ਤਸਕਰਾਂ ਦੇ ਨਾਲ ਵੀ ਧਾਰੀ ਸਧਾਰੀ ਚੱਲਦੀ ਕਿ ਔਖੇ ਵੇਲੇ ਚੀਜ਼ ਫੜ ਕੇ ਲੈ ਜਾਂਦੇ ਨੇ ਤੁਹਾਡੇ ਤੋਂ। ਜੀ, ਜੀ, ਜੀ। ਬਹੁਤ-ਬਹੁਤ ਧੰਨਵਾਦ ਮਿੰਟੂ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਜੀ। ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਖਬਰਾਂ ਤੇ ਚਰਚਾ ਕੀਤੀ ਹੈ। ਕਾਰ ਵਰਤਨ ਤੇ ਪੁਲਿਸ ਅਧਿਕਾਰੀ ਕਸੂਤਾ ਫਸ ਗਿਆ, ਕੁੜੀਆਂ ਨੂੰ ਧਮਕੀਆਂ ਆਉਣ ਲੱਗੀਆਂ। ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਿਮਰਨਜੀਤ ਸਿੰਘ ਮਾਨ ਜੀ ਨੂੰ ਮੈਸੇਜ ਸੁਨੇਹਾ ਭੇਜਿਆ ਗਿਆ। ਪੰਜਾਬ ਕੈਬਨਿਟ ਦੇ ਕੁਝ ਮਹੱਤਵਪੂਰਨ ਫੈਸਲਿਆਂ ਬਾਰੇ, ਮੂਸੇਵਾਲਾ ਕਤਲਕਾਂਡ ਬਾਰੇ ਤੇ ਸਾਧੂ ਸਿੰਘ ਧਰਮਸੋਤ ਰਿਮਾਂਡ ਤੇ, ਇਹਨਾਂ ਖਬਰਾਂ ਤੇ ਆਪਾਂ ਚਰਚਾ ਕੀਤੀ ਆ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਖਬਰ ਤੇ ਨਜ਼ਰ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਚੱਲਦੇ ਹਾਂ ਕੁਝ ਹੋਰ ਖਬਰਾਂ ਵੱਲ। ਗੱਲ ਕਰਦੇ ਹਾਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਲਈ। ਇਸ ਬਾਬਤ ਮਿੰਟੂ ਜੀ ਨੇ ਦੱਸਿਆ ਵੀ ਕਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਿਮਰਨਜੀਤ ਸਿੰਘ ਮਾਨ ਜੀ ਨੂੰ ਚਿੱਠੀ ਤਾਂ ਲਿਖੀ ਹੋਈ ਆ। ਉਸੇ ਬਾਬਤ ਆਪਾਂ ਚਰਚਾ ਕਰਕੇ ਹਟੇ ਹਾਂ, ਪਰ ਨਾਲੋਂ ਨਾਲ ਚਰਚਾ ਇੱਕ ਇਹ ਵੀ ਕਰਦੇ ਹਾਂ ਕਿ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਕਿਹੜੇ-ਕਿਹੜੇ ਨੇ ਤੇ ਉਹਨਾਂ ਦੀ ਯੋਗਤਾ ਕੀ ਹੈ। ਗੁਰਮੇਲ ਸਿੰਘ ਆਮ ਆਦਮੀ ਪਾਰਟੀ ਤੋਂ ਨੇ, ਕਮਲਦੀਪ ਕੌਰ ਰਾਜੋਆਣਾ ਸ਼੍ਰੋਮਣੀ ਅਕਾਲੀ ਦਲ ਬਾਦਲ, BSP ਅਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਉਮੀਦਵਾਰ ਨੇ। ਦਲਵੀਰ ਗੋਲਡੀ ਕਾਂਗਰਸ ਤੋਂ ਨੇ, ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਨੇ, ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ। ਗੁਰਮੇਲ ਸਿੰਘ ਤੋਂ ਸ਼ੁਰੂਆਤ ਕਰੀਏ ਤਾਂ ਗੁਰਮੇਲ ਸਿੰਘ ਨੇ ਸੰਗਰੂਰ ਦੇ ਹੀ ਸਰਕਾਰੀ ਰਣਬੀਰ ਕਾਲਜ ਤੋਂ BA ਕੀਤੀ ਹੈ। ਉਹਨਾਂ ਦਾ ਪਿੰਡ ਜਿਹੜਾ ਘਰਾਚੋਂ ਤੇ ਉਹਨਾਂ ਨੇ 2013 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਸੀ। ਗੁਰਮੇਲ ਸਿੰਘ ਪਿੰਡ ਦੇ ਸਰਪੰਚ ਨੇ। 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤੇ ਲੋਕ ਸਭਾ ਚੋਣਾਂ ਦੇ ਵਿੱਚ 2014 ਦੀਆਂ ਦੇ ਵਿੱਚ ਭਗਵੰਤ ਮਾਨ ਦੇ ਲਈ ਤਾਬੜਤੋੜ ਪ੍ਰਚਾਰ ਕਰਦੇ ਨੇ। 2018 ਦੇ ਵਿੱਚ ਉਦੋਂ ਉਹ ਚਰਚਾ ਦੇ ਵਿੱਚ ਆਏ ਸਨ ਜਦੋਂ ਉਹਨਾਂ ਨੇ 2018 ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਘਰਾਚੋਂ ਤੋਂ ਪਿੰਡ ਦੀ ਸਰਪੰਚੀ ਜਿੱਤ ਲਈ ਸੀ। ਪਿੰਡ ਦੀ ਸਰਪੰਚੀ ਦੇ ਦੌਰਾਨ ਫਿਰ ਉਹਨਾਂ ਨੂੰ ਮੁਅੱਤਲੀ ਦਾ ਸਾਹਮਣਾ ਵੀ ਕਰਨਾ ਪਿਆ। 2021 ਦੇ ਵਿੱਚ ਉਹਨਾਂ ਨੂੰ ਸੰਗਰੂਰ ਜ਼ਿਲ੍ਹੇ ਦਾ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ ਤੇ ਹਲਫਨਾਮੇ ਦੇ ਮੁਤਾਬਕ ਗੁਰਮੇਲ ਸਿੰਘ ਕੋਲ 90 ਲੱਖ ਚੱਲ ਜਾਇਦਾਦ ਹੈ, 9 ਲੱਖ ਦੀ ਤੇ 1 ਕਰੋੜ 22 ਲੱਖ ਤੋਂ ਵੱਧ ਦੀ ਅਚਲ ਜਾਇਦਾਦ ਹੈ। ਉਹਨਾਂ ਦੇ ਸਿਰ 5 ਲੱਖ ਤੋਂ ਵੱਧ ਦਾ ਕਰਜ਼ਾ ਵੀ ਜਿਹੜਾ ਹਲਫਨਾਮੇ ਮੁਤਾਬਕ ਦੱਸਿਆ ਗਿਆ। ਕਮਲਦੀਪ ਕੌਰ ਜੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੋਰ ਜਥੇਬੰਦੀਆਂ ਵੱਲੋਂ ਉਮੀਦਵਾਰ ਨੇ, ਉਹਨਾਂ ਨੂੰ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਨੇ ਤੇ ਬਹੁਜਨ ਸਮਾਜ ਪਾਰਟੀ ਜਾਂ ਹੋਰ ਸਮੂਹ ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਵੱਲੋਂ ਉਹ ਸਾਂਝੇ ਜਿਹੜੇ ਆ ਉਮੀਦਵਾਰ ਆ। 27,000 ਰੁਪਏ ਦਾ ਕਰਜ਼ ਦੱਸਿਆ ਗਿਆ ਇਹਨਾਂ ਦੇ ਸਿਰ ਤੇ ਹਲਫਨਾਮੇ ਦੇ ਮੁਤਾਬਕ। ਤੇ ਇਹਨਾਂ ਦੇ ਭਰਾ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਦੇ ਵਿੱਚ ਸਜ਼ਾ ਭੁਗਤ ਰਹੇ ਨੇ। ਉਹਨਾਂ ਨੇ ਕਿਹਾ ਵੀ ਉਹਨਾਂ ਦੀ ਕੋਈ ਰਾਜਨੀਤਿਕ ਇੱਛਾ ਤਾਂ ਨਹੀਂ ਹੈ। ਸਾਰੇ ਖਾਲਸਾ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੰਗ ਲੜ ਰਹੀਆਂ ਤੇ ਉਹਨਾਂ ਦੀ ਲੜਾਈ ਵੀ ਜਿਹੜੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੈ। BA ਤੱਕ ਉਹਨਾਂ ਨੇ ਪੜ੍ਹਾਈ ਕੀਤੀ ਹੈ ਜਿਹੜੀ ਇਹਨਾਂ ਦੇ ਹਲਫਨਾਮੇ ਦੇ ਵਿੱਚ ਦਰਜ ਆ ਤੇ ਉਹਨਾਂ ਦੀ ਤੇ ਉਹਨਾਂ ਦੇ ਪਤੀ ਦੀ ਕੁੱਲ ਜਾਇਦਾਦ 4.5 ਲੱਖ ਰੁਪਏ ਤੋਂ ਉੱਤੇ ਹੈ। ਉਹਨਾਂ ਦੀ ਅਚਲ ਜਾਇਦਾਦ 50 ਲੱਖ ਰੁਪਏ ਤੋਂ ਉੱਤੇ ਦੀ ਦੱਸੀ ਗਈ ਹੈ। ਇਸ ਵੇਲੇ ਉਹਨਾਂ ਦੇ ਸਿਰ 27,000 ਰੁਪਏ ਦਾ ਕਰਜ਼ਾ ਹੈ। ਦਲਵੀਰ ਗੋਲਡੀ ਦੀ ਗੱਲ ਕਰਦੇ ਹਾਂ। ਕਾਂਗਰਸ ਵੱਲੋਂ ਇਸ ਜ਼ਿਮਨੀ ਚੋਣ ਦੇ ਲਈ ਮੈਦਾਨ ਦੇ ਵਿੱਚ ਦਲਵੀਰ ਸਿੰਘ ਉਰਫ ਗੋਲਡੀ ਖੰਗੂੜਾ ਨੇ ਤੇ ਇਹਨਾਂ ਨੂੰ ਦਲਵੀਰ ਗੋਲਡੀ ਵੀ ਕਹਿ ਦਿੰਦੇ ਆ। ਸਾਬਕਾ ਵਿਧਾਇਕ ਨੇ ਧੂਰੀ ਹਲਕੇ ਤੋਂ, ਵਿਧਾਨ ਸਭਾ ਹਲਕੇ ਤੋਂ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਗਵੰਤ ਮਾਨ ਹੱਥੋਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਵੀ ਗ੍ਰੈਜੂਏਸ਼ਨ ਦੀ ਤੀਜੇ ਸਾਲ ਦੇ ਵਿੱਚ ਜਾ ਕੇ ਸਿਆਸਤ ਦੇ ਵਿੱਚ ਉਹਨਾਂ ਦੀ ਦਿਲਚਸਪੀ ਬਣੀ। SD ਕਾਲਜ ਚੰਡੀਗੜ੍ਹ ਦੇ ਵਿੱਚ ਪ੍ਰਧਾਨਗੀ ਦੀ ਚੋਣ ਤੋਂ ਸਿਆਸਤ ਦੇ ਵਿੱਚ ਐਂਟਰੀ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਗੋਲਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਚੋਣ ਲੜਦੇ ਵੀ ਨੇ ਪਰ ਹਾਰ ਜਾਂਦੇ ਨੇ। 2008 ਦੇ ਵਿੱਚ NSUI ਦੇ ਇੱਕ ਟੈਲੈਂਟ ਹੰਟ ਦੇ ਰਾਹੀਂ ਕਾਂਗਰਸ ਦੇ ਨਾਲ ਜੁੜ ਗਏ ਸਨ। 2017 ਦੇ ਵਿੱਚ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਨੇ ਤੇ ਜਿੱਤ ਜਾਂਦੇ ਨੇ। ਇਹਨਾਂ ਦੀ ਕੁੱਲ ਜਾਇਦਾਦ 33 ਲੱਖ ਤੋਂ ਵੱਧ ਦੀ ਦੱਸੀ ਹੈ ਜਿਹੜੀ ਇਹਨਾਂ ਦੀ ਆਪਣੀ ਤੇ ਆਪਣੀ ਪਤਨੀ ਦੀ ਹੈ। ਇਸ ਤੋਂ ਇਲਾਵਾ ਅਚਲ ਜਾਇਦਾਦ ਜਿਹੜੀ ਹੈ ਉਹ 50 ਲੱਖ ਰੁਪਏ ਦੀ ਦੱਸੀ ਹੈ। ਇਹਨਾਂ ਦੇ ਸਿਰ 50 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਦੱਸਿਆ ਗਿਆ। ਉਹਨਾਂ ਦੇ ਖਿਲਾਫ 2015 ਦੇ ਵਿੱਚ ਧੂਰੀ ਦੇ ਸਦਰ ਅਤੇ ਸਿਟੀ ਥਾਣੇ ਦੇ ਵਿੱਚ ਲੱਡਾ ਟੋਲ ਪਲਾਜ਼ਾ ਦੇ ਖਿਲਾਫ ਮੁਜ਼ਾਹਰੇ ਦੇਣ ਕਰਕੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਹੈ। ਕੇਵਲ ਸਿੰਘ ਢਿੱਲੋਂ ਭਾਜਪਾ ਤੋਂ ਉਮੀਦਵਾਰ ਨੇ। ਇਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਹੁੰਦੇ ਸਨ। 2019 ਦੀਆਂ ਆਮ ਚੋਣਾਂ ਦੇ ਵਿੱਚ ਕੇਵਲ ਸਿੰਘ ਢਿੱਲੋਂ ਕਾਂਗਰਸ ਵੱਲੋਂ ਚੋਣ ਮੈਦਾਨ ਦੇ ਵਿੱਚ ਸਨ ਤੇ ਆਮ ਆਦਮੀ ਪਾਰਟੀ ਦੇ ਹੀ ਭਗਵੰਤ ਮਾਨ ਹੱਥੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 12ਵੀਂ ਪਾਸ ਕੇਵਲ ਸਿੰਘ ਢਿੱਲੋਂ ਦਾ ਸਬੰਧ ਬਰਨਾਲੇ ਸ਼ਹਿਰ ਨਾਲ ਹੈ ਤੇ ਉਹ ਇਸੇ ਵਿਧਾਨ ਸਭਾ ਹਲਕੇ ਤੋਂ 2012 ਦੇ ਵਿੱਚ ਜੇਤੂ ਰਹੇ ਸਨ। ਕਾਂਗਰਸ ਦੇ ਆਪਣੇ ਕਾਰਜਕਾਲ ਦੇ ਦੌਰਾਨ ਉਹ ਕਈ ਅਹੁਦਿਆਂ ਤੇ ਰਹੇ। ਹਲਫਨਾਮੇ ਦੇ ਵਿੱਚ ਕੇਵਲ ਸਿੰਘ ਢਿੱਲੋਂ ਨੇ ਆਪਣੀ ਪਤਨੀ ਦੀ ਚੱਲ ਜਾਇਦਾਦ 43 ਕਰੋੜ ਤੋਂ ਵੱਧ ਦੀ ਦੱਸੀ ਹੈ ਤੇ ਅਚਲ ਜਾਇਦਾਦ 88 ਕਰੋੜ ਤੋਂ ਵੱਧ ਦੱਸੀ ਹੈ। ਕੇਵਲ ਸਿੰਘ ਢਿੱਲੋਂ ਦੇ ਸਿਰ ਇਸ ਵੇਲੇ 7 ਕਰੋੜ ਰੁਪਏ ਦਾ ਕਰਜ਼ਾ ਦੱਸਿਆ ਗਿਆ।
ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਗਰੂਰ ਜ਼ਿਮਨੀ ਚੋਣ ਦੇ ਲਈ ਪਾਰਟੀ ਦੇ ਉਮੀਦਵਾਰ ਨੇ। 76 ਸਾਲ ਇਹਨਾਂ ਦੀ ਉਮਰ ਹੈ ਜੀ। ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ। 2019 ਦੇ ਵਿੱਚ ਜਿਹੜਾ ਇਹਨਾਂ ਨੇ ਹਲਫਨਾਮਾ ਦਿੱਤਾ ਸੀ, ਉਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ 1966 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ BA ਆਨਰਸ ਤੱਕ ਦੀ ਪੜ੍ਹਾਈ ਕੀਤੀ ਹੈ। ਉਹ 2 ਵਾਰ MP ਰਹਿ ਚੁੱਕੇ ਨੇ। 1999 ਦੇ ਵਿੱਚ ਤਰਨਤਾਰਨ ਤੋਂ ਤੇ 1999 ਦੇ ਵਿੱਚ ਸੰਗਰੂਰ ਤੋਂ। ਸ਼ਿਮਲਾ ਦੇ ਵਿੱਚ ਪੈਦਾ ਹੋਏ ਸਿਮਰਨਜੀਤ ਸਿੰਘ ਮਾਨ IPS ਰਹਿ ਚੁੱਕੇ ਨੇ ਤੇ ਉਹਨਾਂ ਆਪਰੇਸ਼ਨ ਜਿਹੜਾ ਬਲੂ ਸਟਾਰ, ਜਿਹੜਾ ਕਿ ਇੰਡੀਅਨ ਆਰਮੀ ਦਾ ਲਫ਼ਜ਼ ਆ, ਅਸੀਂ ਉਹਨੂੰ ਹਮੇਸ਼ਾ ਤੀਜਾ ਘੱਲੂਘਾਰਾ ਕਹਿੰਦੇ ਹਾਂ ਜਾਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਹਿੰਦੇ ਹਾਂ, ਉਹਦੇ ਖਿਲਾਫ ਮੁਜ਼ਾਹਰੇ ਦੇ ਪ੍ਰਤੀਕ ਵਜੋਂ ਇਹਨਾਂ ਨੇ ਅਸਤੀਫਾ ਦਿੱਤਾ ਸੀ। 2019 ਦੇ ਵਿੱਚ ਆਮ ਚੋਣਾਂ ਦੇ ਦੌਰਾਨ ਉਹ ਚੋਣ ਮੈਦਾਨ ਦੇ ਵਿੱਚ ਸਨ, ਹਾਰ ਗਏ ਸਨ ਤੇ ਭਗਵੰਤ ਮਾਨ ਜਿਹੜੇ ਆ ਜੇਤੂ ਰਹੇ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਸਿਮਰਜੀਤ ਸਿੰਘ ਮਾਨ ਅਮਰਗੜ੍ਹ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਸਨ ਤੇ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਗੱਜਣ ਮਾਜਰਾ ਤੋਂ ਉਹ ਹਾਰ ਗਏ ਸਨ। ਇਹ ਉਹੀ ਚੋਣ ਹੈ ਜਿਸ ਦੇ ਵਿੱਚ ਦੀਪ ਸਿੱਧੂ ਵੱਲੋਂ ਉਹਨਾਂ ਦੇ ਲਈ ਪ੍ਰਚਾਰ ਕੀਤਾ ਗਿਆ ਸੀ ਤੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਮਾਨ ਸਾਹਿਬ ਨੂੰ ਜਿਤਾਉਣ ਦੀ ਗੱਲ ਕਹੀ ਗਈ ਸੀ। ਐਫੀਡੈਵਿਟ ਦੇ ਮੁਤਾਬਕ ਸਿਮਰਨਜੀਤ ਸਿੰਘ ਮਾਨ ਦੀ ਚੱਲ ਜਾਇਦਾਦ ਕਰੀਬ 60 ਲੱਖ ਅਤੇ ਅਚਲ ਜਾਇਦਾਦ 4 ਕਰੋੜ 30 ਲੱਖ ਤੋਂ ਵੱਧ ਦੱਸੀ ਗਈ ਹੈ ਤੇ 18 ਲੱਖ ਰੁਪਏ ਦਾ ਕਰਜ਼ਾ ਵੀ ਦੱਸਿਆ ਗਿਆ। ਉਹਨਾਂ ਦੇ ਖਿਲਾਫ ਫਰੀਦਕੋਟ ਦੇ ਬਾਜਾ ਖਾਨਾ ਦੇ ਵਿੱਚ 2021 ਦੇ ਵਿੱਚ ਬਰਗਾੜੀ ਪਿੰਡ ਦੇ ਵਿੱਚ ਧਰਨਾ ਦੇਣ ਕਰਕੇ ਇੱਕ ਮਾਮਲਾ ਜਿਹੜਾ ਉਹ ਦਰਜ ਹੈ। ਕੱਲ ਇੱਕ ਖਬਰ ਬੜੀ ਚਰਚਾ ਦੇ ਵਿੱਚ ਰਹੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨਾਸਾਜ਼ੀ ਕਰਕੇ ਤਾਂ ਹੁਣ ਖਬਰਾਂ ਦੇ ਮੁਤਾਬਕ ਸਿਹਤਯਾਬ ਹੋ ਗਏ ਨੇ ਤੇ ਉਹਨਾਂ ਨੂੰ PGI ਤੋਂ ਛੁੱਟੀ ਜਿਹੜੀ ਆ ਉਹ ਮਿਲ ਗਈ ਹੈ। ਉਧਰ ਮਾਨਸਾ ਦੀ ਗੱਲ ਕਰੀਏ ਜਾਂਦੇ ਜਾਂਦੇ, ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਕੇਸ ਨੂੰ ਨਹੀਂ ਲੜਨਗੇ। ਵਕੀਲਾਂ ਨੇ ਇਕੱਠੇ ਹੋ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਕੇਸ ਲੜਨ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ। ਇਸ ਸੰਬੰਧੀ ਬਾਰ ਐਸੋਸੀਏਸ਼ਨ ਵੱਲੋਂ ਬਕਾਇਦਾ ਮਤਾ ਵੀ ਪਾਸ ਕੀਤਾ ਗਿਆ। ਸੋ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਪਰ ਨਾਲੋਂ ਨਾਲ ਤੁਹਾਨੂੰ ਦੱਸਦੇ ਚੱਲੀਏ ਕਿ ਪੰਜਾਬੀ ਰੇਡੀਓ USA ਵੱਲੋਂ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਤੇ ਨਾਲੋਂ ਨਾਲ ਤੀਜਾ ਘੱਲੂਘਾਰਾ 1984 ਸਿੱਖ ਕਤਲੇਆਮ ਦਰਬਾਰ ਸਾਹਿਬ ਤੇ ਹਮਲੇ ਦੇ ਸ਼ਹੀਦਾਂ ਨੂੰ ਸਮਰਪਿਤ ਤੇ ਉਸ ਤੋਂ ਬਾਅਦ ਸਿੱਖ ਪੰਥ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਦੀ ਕਵਰੇਜ ਕੀਤੀ ਗਈ ਸੀ। ਲਾਈਵ ਤਾਂ ਤੁਸੀਂ ਦੇਖਿਆ ਹੀ ਹੋਣਾ, ਪਰ ਨਾਲੋਂ ਨਾਲ ਉਸ ਕਵਰੇਜ ਦੇ ਦੌਰਾਨ ਜਿਹੜੇ ਪ੍ਰਮੁੱਖ ਬੁਲਾਰੇ ਪਹੁੰਚੇ ਸਨ, ਉਹਨਾਂ ਦੀਆਂ ਜਿਹੜੇ ਭਾਸ਼ਣ ਨੇ ਉਹ ਵੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਜਾਂ ਫਿਰ YouTube ਚੈਨਲ ਤੋਂ ਜਾ ਕੇ ਤੁਸੀਂ ਦੇਖ ਸਕਦੇ ਹੋ। ਕਈ ਵਾਰੀ ਕਿਸੇ ਕਾਰਨਾਂ ਕਰਕੇ ਅਸੀਂ ਸਮਾਗਮਾਂ ਦੇ ਵਿੱਚ ਹਾਜ਼ਰੀ ਨਹੀਂ ਦੇ ਸਕਦੇ, ਤਾਂ ਉਹ ਤੁਹਾਡੀ ਸਹੂਲਤ ਦੇ ਲਈ YouTube ਤੇ ਕਦੇ ਵੀ ਜਾ ਕੇ ਤੁਸੀਂ ਉਹਨਾਂ ਸਪੀਚਸ ਨੂੰ, ਉਹਨਾਂ ਭਾਸ਼ਣਾਂ ਨੂੰ ਤੇ ਨਾਲੋਂ ਨਾਲ ਜਿਹੜੇ ਸਾਰੇ ਸਮਾਗਮ ਹੋਏ ਆ ਨਗਰ ਕੀਰਤਨ ਦੇ, ਤਾਂ ਉਹ ਸਾਰੇ ਜਿਹੜੇ ਆ ਕਵਰੇਜ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਹੀ ਉਮੀਦ ਆ, ਇਹੀ ਜਿਹੜੀ ਤੁਹਾਡੇ ਨਾਲ ਵਾਅਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੰਨੀਆਂ ਪੰਥਕ ਸਰਗਰਮੀਆਂ, ਜਿੰਨੇ ਨਗਰ ਕੀਰਤਨ ਜਾਂ ਹੋਰ ਵੀ ਪੰਜਾਬ ਨਾਲ ਤਾਲੁਕਾਤ ਰੱਖਦੇ ਜੋ ਵੀ ਇੱਧਰ ਪ੍ਰੋਗਰਾਮ ਪੰਜਾਬੀ ਭਾਈਚਾਰੇ ਦੇ, ਸਿੱਖ ਭਾਈਚਾਰੇ ਦੇ ਹੋਣਗੇ, ਤਾਂ ਪੰਜਾਬੀ ਰੇਡੀਓ USA ਉੱਥੇ ਪਹੁੰਚਣ ਦੀ ਭਰਪੂਰ ਖੇਚਲ ਕੋਸ਼ਿਸ਼ ਜ਼ਰੂਰ ਕਰੇਗਾ। ਕੋਸ਼ਿਸ਼ ਇਹੀ ਰਹੇਗੀ ਕਿ ਸਾਰੇ ਪ੍ਰੋਗਰਾਮਾਂ ਦੀ ਕਵਰੇਜ ਤੁਹਾਡੇ TV ਤੱਕ, ਤੁਹਾਡੇ ਮੋਬਾਈਲ ਤੱਕ ਪਹੁੰਚਾਈ ਜਾਵੇ। ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।